ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 360 ਅੰਗ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ। ਆਸਾ ਰਾਗ ਦੇ ਵਿੱਚ ਤੀਸਰੀ ਪਾਤਸ਼ਾਹੀ ਦੇ ਸ਼ਬਦ ਲੈਣ ਲੱਗੇ ਹਾਂ ਜੀ। ਇਹਦੇ 13 ਸ਼ਬਦਾਂ ਦੀ ਲੜੀ ਹੈਗੀ। ਮਹਾਰਾਜ ਮੇਹਰ ਕਰਨ। ਅੰਗ 360 ਆਸਾ ਰਾਗ ਦੇ ਵਿੱਚ। ਰਾਗ ਆਸਾ ਘਰ ਦੂਜਾ ਮਹਲਾ ਤੀਜਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਘਰ ਦੂਜੇ ਦੇ ਵਿੱਚ ਹੈਗੇ ਸ਼ਬਦ ਹਰ ਦਰਸ਼ਨ ਪਾਵੇ ਵਡ ਭਾਗ। ਦੇਖੋ ਇਹ ਹਰ ਦਰਸ਼ਨ ਹੋ ਗਿਆ, ਇਹਦੇ ਵਿਸ਼ਰਾਮ ਦੇਤਾ, ਦੋ ਘਰ ਬਣ ਗਏ ਆਟੋਮੈਟਿਕਲੀ। ਹਰ ਦਰਸ਼ਨ ਇੱਕ ਘਰ ਹੋ ਗਿਆ, ਪਾਵੇ ਵਡ ਭਾਗ ਦੂਜਾ ਘਰ ਹੋ ਗਿਆ। ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਮਹਾਰਾਜ ਕਹਿੰਦੇ ਜੇ ਗੁਰਬਾਣੀ ਨੂੰ ਵਿਚਾਰਨਾ ਹੈ ਪਿਆਰਿਆ, ਇਸ ਤਰੀਕੇ ਦੇ ਨਾਲ ਘਰ ਜਿਹੜੇ ਲਿਖੇ ਹੋਏ ਆ ਉੱਪਰ ਘਰਾਂ ਦੇ ਹਿਸਾਬ ਦੇ ਨਾਲ ਵਿਚਾਰ ਗੁਰਬਾਣੀ ਨੂੰ। ਕਿਉਂਕਿ ਜੇ ਇਸ ਤੋਂ ਜਿਹੜੇ ਹੈਗੇ ਆ ਇਹਦੇ ਆਪਾਂ ਜਿਹੜੇ ਹੈਗੇ ਆ ਵਿਸ਼ਰਾਮ ਗਲਤ ਲਗਾ ਦਾਂਗੇ ਅਤੇ ਉਹਦੇ ਨਾਲ ਕੀ ਹੋਗਾ, ਅਰਥ ਬਦਲ ਜਾਣਗੇ। ਹਰ ਦਰਸ਼ਨ ਭਾਵੈ ਵਡ ਭਾਗ। ਹਰ ਦਰਸ਼ਨ ਦੇਖੋ ਪਰਮਾਤਮਾ ਦੇ ਦਰਸ਼ਨ ਹੈਗੇ ਆ। ਪਰਮਾਤਮਾ ਦੇ ਦਰਸ਼ਨ ਜਿਹੜੇ ਹੈਗੇ ਵੱਡੇ ਭਾਗਾਂ ਦੇ ਨਾਲ ਮਿਲਦੇ ਆ। ਵੱਡੇ ਭਾਗ ਚਾਹੀਦੇ ਆ ਮਾਲਕ ਪਰਮਾਤਮਾ ਦੇ ਦਰਸ਼ਨਾਂ ਦੇ ਵਾਸਤੇ। ਹਰ ਦਰਸ਼ਨ ਭਾਵੈ ਵਡ ਭਾਗ। ਗੁਰ ਕੈ ਸ਼ਬਦੇ ਸੱਚੇ ਬੈਰਾਗ। ਕਹਿੰਦੇ ਇਹ ਵੱਡੇ ਭਾਗ ਕਿਵੇਂ ਹੋ ਸਕਦੇ ਆ? ਕਹਿੰਦੇ ਗੁਰੂ ਦੇ ਸ਼ਬਦ ਦੇ ਦੁਆਰਾ ਹੋ ਸਕਦੇ ਆ। ਗੁਰੂ ਦੇ ਸ਼ਬਦ ਦੇ ਦੁਆਰਾ ਹੋ ਸਕਦੇ ਆ ਅਤੇ ਬੈਰਾਗ ਦੇ ਦੁਆਰਾ, ਸੱਚੇ ਬੈਰਾਗ ਦੇ ਦੁਆਰਾ ਹੋ ਸਕਦੇ ਆ। ਜੇ ਮਾਲਕ ਪਰਮਾਤਮਾ ਦੇ ਪ੍ਰਤੀ ਜਿਹੜਾ ਹੈਗਾ ਅੰਦਰੋਂ ਸੱਚੀ ਖਿੱਚ ਪੈਦਾ ਹੋ ਜਾਏ ਤਾਂ ਜਿਹੜੇ ਹੈਗੇ ਹਰ ਪਰਮਾਤਮਾ ਦੇ ਦਰਸ਼ਨ ਹੋ ਸਕਦੇ ਆ। ਟਾਰਗੇਟ ਹੈਗਾ ਹਰ ਦਰਸ਼ਨ ਪਾਵੈ ਵਡ ਭਾਗ। ਗੁਰ ਕੇ ਸ਼ਬਦੇ ਸੱਚੇ ਬੈਰਾਗ। ਗੁਰੂ ਦੇ ਸ਼ਬਦ ਦੇ ਦੁਆਰਾ ਹੋ ਸਕਦੇ ਆ ਦਰਸ਼ਨ। ਔਰ ਬੈਰਾਗ ਹੋਣਾ ਚਾਹੀਦਾ, ਸੱਚਾ ਬੈਰਾਗ ਹੋਣਾ ਚਾਹੀਦਾ, ਖਿੱਚ ਹੋਣੀ ਚਾਹੀਦੀ। ਦਰਸ਼ਨਾਂ ਦੇ ਵਾਸਤੇ ਖਿੱਚ ਹੋਣੀ ਚਾਹੀਦੀ। ਖਟ ਦਰਸ਼ਨ ਵਰਤੈ ਵਰਤਾਰਾ। ਦੁਨੀਆ ਦੇ ਵਿੱਚ ਜਿਹੜਾ ਹੈਗਾ 6 ਦਰਸ਼ਨ ਜਿਹੜੇ ਹੈਗੇ, 6 ਸ਼ਾਸਤਰ ਦਰਸ਼ਨ ਸ਼ਾਸਤਰ ਕਹਿੰਦੇ ਇਹਨਾਂ ਦਾ ਵਰਤਾਰਾ ਵਰਤ ਰਿਹਾ। ਲੋਕ ਜਿਹੜੇ ਹੈਗੇ ਆ ਇਹਨਾਂ ਦੇ ਹਿਸਾਬ ਦੇ ਨਾਲ ਜਿਹੜੇ ਹੈਗੇ ਕਰਮ ਕਾਂਡ ਕਰੀ ਜਾ ਰਹੇ। 6 ਦਰਸ਼ਨਾਂ ਦੇ ਵਿੱਚ ਜਿਹੜੇ ਹੈਗੇ ਬਾਹਰਮੁਖੀ ਜਿਹੜੇ ਹੈਗੇ ਜੋ ਵੀ ਕਰਮ ਹੈਗੇ ਉਹ ਕਰ ਰਹੇ ਆ। ਭਾਵੇਂ ਜਿਹੜੇ ਹੈਗੇ ਉਹਨਾਂ ਨੇ ਦਰਸ਼ਨ ਸ਼ਾਸਤਰ ਪੜ੍ਹਿਆ ਹੈ ਭਾਵੇਂ ਨਹੀਂ ਪੜ੍ਹਿਆ। ਖਟ ਦਰਸ਼ਨ ਵਰਤੈ ਵਰਤਾਰਾ। ਗੁਰ ਕਾ ਦਰਸ਼ਨ ਅਗਮ ਅਪਾਰਾ। ਲਓ ਇੱਥੇ ਜਿਹੜਾ ਹੈਗਾ ਇੱਕ ਹੋਰ ਦਰਸ਼ਨ ਆ ਗਿਆ ਭਾਈ। ਪਹਿਲਾ ਦਰਸ਼ਨ ਹਰੀ ਦਾ ਸੀਗਾ, ਵੱਡੇ ਭਾਗਾਂ ਦੇ ਨਾਲ ਮਿਲਦਾ ਹੈ ਔਰ ਗੁਰੂ ਦੇ ਸ਼ਬਦ ਦੇ ਦੁਆਰਾ ਅਤੇ ਸੱਚੀ ਖਿੱਚ ਹੋਏ ਤਾਂ ਮਿਲਦਾ ਹੈ। ਫਿਰ ਮਹਾਰਾਜ ਕਹਿੰਦੇ 6 ਦਰਸ਼ਨ ਦਾ ਵਰਤਾਰਾ ਵਰਤ ਰਿਹਾ ਹੈ। ਹੁਣ ਕਹਿੰਦੇ ਭਾਈ ਗੁਰੂ ਦਾ ਦਰਸ਼ਨ ਵੀ ਹੈਗਾ ਇੱਕ। ਦਰਸ਼ਨ ਸ਼ਾਸਤਰ ਜਿਹੜਾ ਹੈਗਾ ਗੁਰੂ ਦਾ ਵੀ ਦਰਸ਼ਨ ਸ਼ਾਸਤਰ ਹੈਗਾ। ਗੁਰ ਕਾ ਦਰਸ਼ਨ ਅਗਮ ਅਪਾਰਾ। ਉਹ ਅਗਮ ਹੈ ਭਾਈ, ਅਪਾਰ ਹੈਗਾ। ਉਹਦਾ ਪਾਰਾਵਾਰ ਨਹੀਂ ਹੈ, ਜਿਵੇਂ ਮਾਲਕ ਦਾ ਪਾਰਾਵਾਰ ਨਹੀਂ, ਮਾਲਕ ਅਗਮ ਹੈਗਾ। ਇਵੇਂ ਹੀ ਗੁਰੂ ਦਾ ਦਰਸ਼ਨ ਹੈਗਾ ਜਿਹੜਾ ਉਹ ਵੀ ਅਗਮ ਹੈ, ਅਪਾਰ ਹੈ। ਹੁਣ ਗੁਰੂ ਦੇ ਦਰਸ਼ਨ ਦੇ ਬਾਰੇ ਦੇਖੋ। ਹੁਣ ਸਟਾਰਟਿੰਗ ਜਿਹੜਾ ਹੈਗਾ ਗੱਡੀ ਕਿਵੇਂ ਚੱਲਣੀ ਆ। ਸ਼ਬਦ ਜਾਣਾ ਹੈ ਅਤੇ ਪਹਿਲਾਂ ਟਾਰਗੇਟ ਹੈਗਾ ਪਰਮਾਤਮਾ ਦੇ ਦਰਸ਼ਨ ਔਰ ਉਹ ਵੱਡੇ ਭਾਗਾਂ ਦੇ ਨਾਲ ਮਿਲਦੇ। ਹੁਣ ਵੱਡੇ ਭਾਗ ਕਿਵੇਂ ਹੋਣ? ਹੁਣ ਕਹਿੰਦੇ ਆ ਭਾਈ ਦੇ ਗੁਰੂ ਦੇ ਸ਼ਬਦ ਦੇ ਦੁਆਰਾ ਵੱਡੇ ਭਾਗ ਹੋ ਸਕਦੇ ਆ ਅਤੇ ਬੈਰਾਗ ਹੋਏ, ਤੇਰੇ ਅੰਦਰ ਖਿੱਚ ਹੋਏ, ਮਾਲਕ ਪਰਮਾਤਮਾ ਦੀ ਖਿੱਚ ਹੋਏ ਅਤੇ ਤਾਂ ਹੋ ਸਕਦੇ ਆ। ਫਿਰ ਕਹਿੰਦੇ ਆ ਖਟ ਦਰਸ਼ਨ ਵਰਤੈ ਵਰਤਾਰਾ ਜਿਹੜਾ ਹੈਗਾ ਇਹਨਾਂ ਨੂੰ ਛੱਡੇ ਤਾਂ ਤੇਰਾ ਕੰਮ ਬਣੇ। ਅਤੇ ਇਸ ਤੋਂ ਬਾਅਦ ਕਹਿੰਦੇ ਹੁਣ ਆ ਗੁਰ ਕਾ ਦਰਸ਼ਨ ਅਗਮ ਅਪਾਰਾ।
ਕਹਿੰਦੇ ਗੁਰੂ ਦਾ ਦਰਸ਼ਨ ਲੈ ਪਹਿਲਾਂ, ਗੁਰੂ ਦਾ ਦਰਸ਼ਨ ਸ਼ਾਸਤਰ ਪੜ੍ਹ ਪਹਿਲਾਂ, ਉਸ ਚੋਂ ਗਿਆਨ ਲੈ ਅਗਮ ਦੇ ਬਾਰੇ, ਅਪਾਰ ਮਾਲਕ ਪਰਮਾਤਮਾ ਦੇ ਬਾਰੇ। ਉਹ ਗੁਰੂ ਦੇ ਦਰਸ਼ਨ ਸ਼ਾਸਤਰ ਦੇ ਵਿੱਚ ਸਾਰਾ ਗਿਆਨ ਹੈਗਾ। ਗੁਰ ਕਾ ਦਰਸ਼ਨ ਅਗਮ ਅਪਾਰਾ, ਪਹਿਲਾਂ ਗੁਰੂ ਦਾ ਦਰਸ਼ਨ ਕਰ। ਗੁਰ ਕੇ ਦਰਸ਼ਨੇ ਮੁਕਤ ਗਤ ਹੋਏ, ਕਹਿੰਦੇ ਆ ਭਾਈ ਗੁਰੂ ਦਾ ਦਰਸ਼ਨ ਸ਼ਾਸਤਰ ਦੇਖ, ਮੁਕਤ ਹੋ ਜਾਏਗਾ, ਸਭ ਤੋਂ ਉੱਚੀ ਅਵਸਥਾ ਪ੍ਰਾਪਤ ਹੋ ਜਾਏਗੀ। ਮੁਕਤ ਗਤ ਹੋਏ, ਤੇਰੀ ਗਤੀ ਹੋ ਜਾਏਗੀ ਪਿਆਰਿਆ। ਜਿਹੜਾ ਜੂਨਾਂ 'ਚ ਭਟਕ ਰਹੇ ਆ, ਬਾਰ-ਬਾਰ ਸਰੀਰ ਦੀ ਕੈਦ 'ਚ ਆ ਰਹੇ ਆ, ਇਹ ਦੁੱਖ ਸੁੱਖ, ਇਹਦੇ 'ਚੋਂ ਛੁਟਕਾਰਾ ਹੋ ਜਾਏਗਾ ਤੇਰਾ। ਗੁਰ ਕੇ ਦਰਸ਼ਨੇ ਮੁਕਤ ਗਤ ਹੋਏ, ਸਾਚਾ ਆਪ ਵਸੈ ਮਨ ਸੋਏ। ਔਰ ਆਟੋਮੈਟਿਕਲੀ ਜਿਹੜਾ ਤੂੰ ਪਰਮਾਤਮਾ ਦੇ ਦਰਸ਼ਨ ਚਾਹੁੰਦਾ ਆ, ਉਹ ਆਟੋਮੈਟਿਕਲੀ ਤੇਰੇ ਮਨ ਦੇ ਵਿੱਚ ਆ ਕੇ ਵਸ ਜਾਏਗਾ। ਉਹਨੇ ਆ ਕੇ ਵਸਣਾ ਆ, ਤੂੰ ਨਹੀਂ ਕੁਛ ਕਰ ਸਕਦਾ। ਤੇਰੇ ਵਾਸਤੇ ਆ ਇੰਸਟਰਕਸ਼ਨ ਹੈਗੀ ਆ। ਦਰਸ਼ਨ ਸ਼ਾਸਤਰ, ਗੁਰੂ ਦਾ ਦਰਸ਼ਨ ਸ਼ਾਸਤਰ ਪੜ੍ਹ ਪਹਿਲਾਂ, ਗੁਰੂ ਦੇ ਦਰਸ਼ਨ ਸ਼ਾਸਤਰ ਤੋਂ ਗਿਆਨ ਲੈ। ਪਰਮਾਤਮਾ ਦੇ ਨਾਲ ਖਿੱਚ ਪਏਗੀ ਤੇਰੀ। ਸ਼ਬਦ ਤੈਨੂੰ ਪਤਾ ਲੱਗੇਗਾ, ਸ਼ਬਦ ਤੇਰੇ ਅੰਦਰ ਪ੍ਰਗਟ ਹੋ ਜਾਏਗਾ। ਗੁਰ ਕੇ ਦਰਸ਼ਨੇ ਮੁਕਤ ਗਤ ਹੋਏ, ਸਾਚਾ ਆਪ ਵਸੈ ਮਨੇ ਸੋਏ। ਆਪ ਮਾਲਕ ਨੇ ਆਪ ਮਨ 'ਚ ਵਸਣਾ, ਆਪਾਂ ਨੇ ਥੋੜੀ ਨਾ ਜਿਹੜਾ ਕਿ ਜਾ ਕੇ ਮਾਲਕ ਦੇ ਦਰਸ਼ਨ ਕਰਨੇ। ਇਸ ਤੋਂ ਉੱਪਰ ਗਿਆਨ ਕੀ ਚਾਹੀਦਾ ਆਪਾਂ ਨੂੰ? ਇਸ ਤੋਂ ਉੱਪਰ ਕਾਹਦੀ ਸੇਧ ਚਾਹੀਦੀ ਹੈ? ਆਪਾਂ ਸੋਚੀਏ, ਵਿਚਾਰ ਕਰੀਏ ਵੀ ਇਸ ਤੋਂ ਉੱਪਰ ਕੋਈ ਸੇਧ ਚਾਹੀਦੀ ਕਿਸੇ ਕਿਸਮ ਦੀ? ਇੱਕ ਵਾਰੀ ਫਿਰ ਦੱਸ ਦਿਓ। ਹਾਂਜੀ। ਹਰ ਦਰਸ਼ਨ ਪਾਵੇ ਬੜ ਭਾਗ, ਕਹਿੰਦੇ ਪਰਮਾਤਮਾ ਦੇ ਦਰਸ਼ਨ ਜਿਹੜੇ ਹੈਗੇ ਮੇਨ ਟਾਰਗੇਟ ਹੈ, ਔਰ ਉਹ ਵੱਡੇ ਭਾਗਾਂ ਦੇ ਨਾਲ ਮਿਲਦੇ। ਪਰਮਾਤਮਾ ਦੇ ਦਰਸ਼ਨ ਵੱਡੇ ਭਾਗਾਂ ਦੇ ਨਾਲ ਮਿਲਦੇ। ਗੁਰ ਕੇ ਸ਼ਬਦੇ ਸੱਚੇ ਬੈਰਾਗ, ਉਹ ਮਿਲਦੇ। ਮਹਾਰਾਜ ਨੇ ਅੱਗੇ ਦੱਸਿਆ ਵੀ ਕਿਵੇਂ ਮਿਲਦੇ ਆ, ਕੀ ਚਾਹੀਦਾ ਉਹਦੇ ਵਾਸਤੇ, ਕੀ ਉਹਦੇ ਵਾਸਤੇ ਰਿਕੁਆਇਰਮੈਂਟ ਹੈਗੀ। ਕਹਿੰਦੇ ਇੱਕ ਸ਼ਬਦ ਚਾਹੀਦਾ, ਗੁਰੂ ਦਾ ਸ਼ਬਦ ਅੰਦਰ ਪ੍ਰਗਟ ਹੋਣਾ ਚਾਹੀਦਾ ਤੇਰਾ। ਗੁਰ ਕੇ ਸ਼ਬਦੇ ਸੱਚੇ ਬੈਰਾਗ, ਸੱਚੇ ਬੈਰਾਗ ਦੇ ਨਾਲ ਹੋਣਾ। ਤੇਰੇ ਅੰਦਰ ਸੱਚੀ ਖਿੱਚ ਚਾਹੀਦੀ ਆ। ਤੇਰੇ ਅੰਦਰ ਜਿਹੜਾ ਹੈਗਾ, ਯੂ ਮਸਟ ਬੀ ਏ ਰੀਅਲ ਸੀਕਰ। ਇਹ ਨਹੀਂ ਕਿ ਬਸ ਉੱਪਰੋਂ ਕਹਿ ਰਹੇ, ਅੰਦਰ ਤੇਰੇ ਅੰਦਰ ਮਾਇਆ ਦੀ ਔਰ ਪਦਾਰਥਾਂ ਦੀ ਜਿਹੜੀ ਹੈਗੀ ਲਚਕ, ਉਸ ਪਾਸੇ ਘੁੰਮ ਰਿਹਾ ਹੈ ਤੂੰ। ਤੇਰੇ ਜਿਹੜਾ ਬੈਂਟ ਆਫ ਮਾਈਂਡ ਜਿਹੜਾ ਹੈਗਾ ਉਸ ਪਾਸੇ ਹੈਗਾ। ਗੁਰ ਕੇ ਸ਼ਬਦ ਸੱਚੇ ਬੈਰਾਗ। ਤੀਸਰਾ, ਖਟ ਦਰਸ਼ਨ ਵਰਤੇ ਵਰਤਾਰਾ। ਦੁਨੀਆ ਦੇ ਵਿੱਚ ਜਿਹੜੇ 6 ਦਰਸ਼ਨ ਸ਼ਾਸਤਰ ਹੈਗੇ ਆ, ਉਹ ਜਿਹੜੇ ਹੈਗੇ ਭੇਖ ਔਰ ਵੇਸ਼ ਔਰ ਹੋਰ ਦਾ ਹੋਰ ਜਿਹੜੇ ਹੈਗੇ ਕਰਮ ਕਾਂਡ ਦੜਾਉਂਦੇ ਆ, ਉਹ ਵਰਤਾਰਾ ਵਰਤ ਰਿਹਾ ਹੈ। ਉਹਨਾਂ ਦੇ ਵਿੱਚੋਂ ਜਿਹੜਾ ਹੈਗਾ, ਉਹਨਾਂ ਦੇ ਵਿੱਚੋਂ ਵੀ ਨਿਕਲਣਾ ਹੈ ਭਾਈ। ਕਿਉਂਕਿ ਜਨਮਾਂ ਤੋਂ ਆਪਣੇ ਬਾਪ ਦਾਦੇ ਪੂਰਵ ਦੇ ਜਿਹੜੇ ਹੈਗੇ ਸਾਰੇ ਸੰਸਕਾਰ ਪਾਏ ਹੋਏ, ਆਪਣੇ ਜਿਹੜੇ ਜੀਨਸ ਜਿਹੜੇ ਹੈਗੇ ਉਹ ਉਹਨਾਂ ਦੇ ਅੰਦਰ ਵੜ ਗਿਆ। ਉਹ ਖਟ ਦਰਸ਼ਨ ਵਰਤੈ ਵਰਤਾਰਾ, ਦੁਨੀਆ 'ਚ ਵਰਤ ਰਿਹਾ ਹੈ ਵਰਤਾਰਾ। ਇਹ ਵੀ ਰੁਕਾਵਟ ਹੈਗਾ। ਗੁਰ ਕਾ ਦਰਸ਼ਨ ਅਗਮ ਅਪਾਰਾ, ਪੈਂਦੇ ਦੇਖ ਫਿਰ ਗੁਰੂ ਦਾ ਦਰਸ਼ਨ ਚਾਹੀਦਾ ਭਾਈ। ਗੁਰੂ ਦਾ ਦਰਸ਼ਨ ਜਿਹੜਾ ਹੈਗਾ ਉਹ ਅਗਮ ਔਰ ਅਪਾਰ ਮਾਲਕ ਪਰਮਾਤਮਾ ਨੂੰ, ਉਹ ਗੁਰੂ ਦੇ ਦਰਸ਼ਨ ਦੇ ਦੁਆਰਾ ਜਿਹੜਾ ਹੈਗਾ ਤੇਰੇ ਅੰਦਰ ਬੈਰਾਗ ਵੀ ਪੈਦਾ ਹੋ ਜਾਏਗਾ, ਤੇਰੇ ਅੰਦਰ ਸ਼ਬਦ ਵੀ ਆ ਜਾਏਗਾ, ਆਟੋਮੈਟਿਕਲੀ ਸ਼ਬਦ ਵੀ ਪ੍ਰਗਟ ਹੋ ਜਾਏਗਾ। ਸਟਾਰਟਿੰਗ ਪੁਆਇੰਟ ਹੈ ਗੁਰੂ ਦਾ ਦਰਸ਼ਨ। ਗੁਰੂ ਦਾ ਦਰਸ਼ਨ ਸ਼ਾਸਤਰ ਤੈਨੂੰ ਪੜ੍ਹਨਾ ਪਊਗਾ, ਲੈਣਾ ਪਊਗਾ। ਗੁਰ ਕਾ ਦਰਸ਼ਨ ਅਗਮ ਅਪਾਰਾ। ਕਿਉਂ? ਗੁਰ ਕੇ ਦਰਸ਼ਨ ਮੁਕਤ ਗਤ ਹੋਏ, ਮੁਕਤ ਹੋ ਜਾਏਗਾ। ਗੁਰੂ ਦੇ ਦਰਸ਼ਨ ਦੇ ਦੁਆਰਾ ਮੁਕਤ ਹੋ ਜਾਏਗਾ। ਤੇਰੀ ਉੱਚੀ ਅਵਸਥਾ ਹੋ ਜਾਏਗੀ। ਤੂੰ ਮਾਲਕ ਪਰਮਾਤਮਾ ਦੇ ਨਾਲ ਇੱਕ ਮਿਕ ਹੋ ਜਾਏਗਾ। ਕਿਵੇਂ? ਸਾਚਾ ਆਪ ਵਸੈ ਮਨੇ ਸੋਏ। ਗੁਰ ਕੇ ਦਰਸ਼ਨੇ ਮੁਕਤ ਗਤ ਹੋਏ, ਸਾਚਾ ਆਪ ਵਸੈ ਮਨੇ ਸੋਏ। ਆਪ ਮਾਲਕ ਪਰਮਾਤਮਾ ਸੱਚਾ ਤੇਰੇ ਮਨ ਦੇ ਵਿੱਚ ਆ ਕੇ ਬਸ ਜਾਏਗਾ, ਪ੍ਰਗਟ ਹੋ ਜਾਏਗਾ। ਰਹਾਓ। ਠੀਕ ਹੈ ਵੀਰ ਜੀ। ਇਹ ਜਿਹੜਾ ਹੈਗਾ, ਹਾਂਜੀ ਬਿਲਕੁਲ ਬਹੁਤ ਜ਼ਿਆਦਾ ਜਿਹੜਾ ਹੈ ਨਾ, ਇਹ ਤਾਂ ਪੂਰਾ ਇਹਦੇ ਵਿੱਚ ਜਿਹੜਾ, ਇਸ ਤੋਂ ਅੱਗੇ ਹੋਰ ਕੁਝ ਚਾਹੀਦਾ ਨਹੀਂ ਆਪਾਂ ਨੂੰ।
ਬਿਲਕੁਲ ਜਿਹੜਾ ਹੈਗਾ, ਇਹ ਤਾਂ ਮੈਂ ਕਹਿੰਦਾ ਜਿਸਟ ਦੇ ਦਿੱਤੀ ਮਹਾਰਾਜ ਨੇ, ਜਿਹੜਾ ਹੈਗਾ ਇੱਕ ਇੱਕ ਚੀਜ਼ ਇੱਕ ਸਟੈਪ ਬਾਏ ਸਟੈਪ ਜਿਹੜਾ ਹੈਗਾ ਆਪਾਂ ਨੂੰ ਗਿਆਨ ਦਿੱਤਾ ਹੈ। ਬਾਰ-ਬਾਰ ਸੁਣਨਾ ਪੈਣਾ ਜੀ। ਬਸ ਗੁਰ ਦਰਸ਼ਨੇ ਉਧਰੈ ਸੰਸਾਰਾ। ਦੇਖ ਲਓ, ਕਹਿੰਦੇ ਸੰਸਾਰ ਜਿਹੜਾ ਹੈਗਾ, ਸਾਰਾ ਸੰਸਾਰ ਉਧਰ ਸਕਦਾ ਹੈ, ਠੀਕ ਆ, ਪਰ ਭਾਈ ਸੰਸਾਰ ਜਿਹੜਾ ਹੈਗਾ ਇਹ ਤੈਨੂੰ ਰੁਕਾਵਟ ਹੈਗਾ। ਗੁਰੂ ਦੇ ਦਰਸ਼ਨ ਦੇ ਨਾਲ ਹੀ ਇਹ ਰੁਕਾਵਟ ਦੂਰ ਹੋ ਸਕਦੀ ਹੈ। ਸੰਸਾਰ ਤੋਂ ਜਿਹੜੀ ਖੇਡ ਪਾਈ ਹੈ, ਜੋ ਪਦਾਰਥ, ਜੋ ਚਿਲ ਮਿਲ ਵਿਸਿਆਰ ਦੁਨੀਆ ਫਾਨੀ, ਇਹ ਦੁਨੀਆ, ਇਹ ਸੰਸਾਰ ਜਿਹੜਾ ਹੈਗਾ, ਇਸ ਤੋਂ ਉਧਰ ਸਕਦਾ ਹੈ ਤੂੰ, ਕੋਈ ਵੀ, ਐਨੀਬਡੀ ਐਲਸ। ਗੁਰਦਰਸ਼ਨੇ ਉਧਰ ਹੈ ਸੰਸਾਰਾ। ਕੋਈ ਵੀ ਕਿਸੇ ਵੀ ਕੋਨੇ ਤੋਂ ਸੰਸਾਰ ਦੇ ਵਿੱਚੋਂ ਮਨੁੱਖ ਹੋਏ, ਗੁਰੂ ਦਾ ਦਰਸ਼ਨ ਕਰ ਲੈ, ਉਹਦੇ ਅਨੁਸਾਰ ਜਿਹੜਾ ਹੈਗਾ ਚੱਲ ਪਏ, ਉਧਰ ਜਾਏਗਾ। ਇਹਦੇ ਵਾਸਤੇ ਕੋਈ ਜਾਤੀ ਖਾਸ ਵਿਸ਼ੇਸ਼ ਕਿਸੇ ਦੀ ਲੋੜ ਹੀ ਨਹੀਂ ਹੈ। ਜੇ ਕੋ ਲਾਏ ਭਾਉ ਪਿਆਰਾ, ਬਸ ਕੰਡੀਸ਼ਨ ਹੈਗੀ ਬਈ ਗੁਰੂ ਦੇ ਦਰਸ਼ਨ ਵਾਸਤੇ ਜਿਹੜਾ ਗੁਰੂ ਦੇ ਨਾਲ ਪਿਆਰ ਪਾਏ, ਪਹਿਲਾਂ ਗੁਰੂ ਦੇ ਨਾਲ ਪਿਆਰ ਪਾਏ, ਗੁਰੂ ਦੇ ਨਾਲ ਜਿਹੜਾ ਹੈਗਾ ਐਵੇਂ ਹੀ ਜਿਹੜਾ ਹੈਗਾ ਕੈਜੂਅਲ ਨਾ ਹੋਏ, ਪਿਆਰ ਲਾਏ ਗੁਰੂ ਦੇ ਨਾਲ। ਜੇ ਕੋ ਲਾਏ ਭਾਉ ਪਿਆਰਾ, ਭਰੋਸਾ ਤੇ ਭਾਉ ਗੁਰੂ ਨਾਨਕ ਸਾਹਿਬ ਦਾ ਟਿਪੀਕਲ ਵਰਡ ਹੈਗਾ। ਭਾਉ ਦਾ ਮਤਲਬ ਪਿਆਰ ਵੀ ਹੈ, ਭਾਉ ਦਾ ਮਤਲਬ ਵਿਸ਼ਵਾਸ ਵੀ ਹੈਗਾ। ਦੋਨਾਂ ਨੂੰ ਮਿਲ ਕੇ। ਹਾਂਜੀ ਹਾਂਜੀ, ਇਹ ਜਿਹੜਾ ਗੁਰੂ ਕਿਹਾ ਗਿਆ ਹੈ, ਗੁਰੂ ਦਰਸ਼ਨ, ਇਹ ਆਪਣੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਕਿਹਾ ਗਿਆ, ਜਿਹੜੇ ਬ੍ਰਹਮ ਗਿਆਨੀ ਉਹਨਾਂ ਨੂੰ ਕਿਹਾ ਗਿਆ? ਥੋੜਾ ਕਲੀਅਰ ਕਰ ਦੂੰਗੇ? ਬਿਲਕੁਲ ਦੋਨੋਂ ਹੀ ਹੈਗੇ ਜੀ, ਇਹਦੇ ਵਿੱਚ ਕਲੀਅਰ ਕਰਨ ਦੀ ਲੋੜ ਹੀ ਨਹੀਂ ਹੈਗੀ। ਬ੍ਰਹਮ ਗਿਆਨੀ ਜਿਹੜਾ ਹੋਊਗਾ ਤੇ ਉਹ ਤਾਂ ਪਹੁੰਚ ਗਿਆ ਨਾ, ਉਹ ਤਾਂ ਬੂੰਦ ਸਾਗਰ ਦੇ ਵਿੱਚ ਹੈ। ਤੇ ਆਹ ਗੁਰੂ ਗ੍ਰੰਥ ਸਾਹਿਬ ਜਿਹੜੇ ਹੈਗੇ, ਇਹਨਾਂ ਦੇ ਜਿਹੜੇ ਹੈਗੇ ਗਿਆਨ ਹੈਗਾ, ਇਹ ਵੀ ਤਾਂ ਉਹਨਾਂ ਕੋਲੋਂ ਹੀ ਆਇਆ ਹੋਇਆ ਹੈ, ਇਹ ਵੀ ਉਹਨਾਂ ਕੋਲੋਂ ਹੀ ਆਇਆ ਹੋਇਆ ਹੈ। ਠੀਕ ਹੈ ਜੀ। ਹਾਂਜੀ ਬਿਲਕੁਲ, ਇਹਦੇ 'ਚ ਤਾਂ ਕੋਈ ਡਾਊਟ ਨਹੀਂ ਹੋਣਾ ਚਾਹੀਦਾ। ਪਰ ਜਿਹੜਾ ਹੈਗਾ ਆਪਣੇ ਕੋਲ ਉਹ ਚਸ਼ਮਾ ਹੈ ਨਹੀਂ ਗਾ, ਆਪਾਂ ਬ੍ਰਹਮ ਗਿਆਨੀ ਲੱਭ ਲਈਏ। ਬਸ ਇੱਥੇ ਜਿਹੜਾ ਹੈਗਾ, ਆਪਾਂ ਜੇ ਫਿਜ਼ੀਕਲ ਬ੍ਰਹਮ ਗਿਆਨੀ ਲੱਭਣ ਜਾਵਾਂਗੇ ਤੇ ਉਹ ਚਸ਼ਮਾ ਹੈ ਨਹੀਂ, ਆਪਾਂ ਧੋਖਾ ਖਾ ਜਾਵਾਂਗੇ। ਇਸ ਕਰਕੇ ਆਹ ਜਿਹੜਾ ਹੈਗਾ ਆਪਣੇ ਕੋਲ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਜਿਹੜੇ ਹੈਗੇ ਬ੍ਰਹਮ ਗਿਆਨ ਹੈਗਾ, ਇਹਦੇ ਨਾਲ ਕਸੌਟੀ ਤੇ ਲਾਈ ਜਾਈਏ। ਬਸ ਇਹਦੀ ਕਸੌਟੀ ਤੇ ਚੱਲੀਏ, ਇਹਨੂੰ ਸੁਪਰੀਮ ਮੰਨ ਕੇ ਇਹਦੇ ਹਿਸਾਬ ਦੇ ਨਾਲ ਸਾਰਿਆਂ ਨੂੰ ਪਰਖੀਏ। ਗੁਰਦਰਸ਼ਨੇ ਉਧਰੈ ਸੰਸਾਰਾ, ਜੇ ਕੋ ਲਾਏ ਭਾਉ ਪਿਆਰਾ, ਭਾਉ ਪਿਆਰਾ ਲਾਏ ਵਿਰਲਾ ਕੋਏ। ਲਓ ਇੱਥੇ ਦੇਖੋ ਕੀ ਕਹਿ ਰਹੇ ਮਹਾਰਾਜ, ਕਹਿੰਦੇ ਕੋਈ ਚੱਲਣਾ ਹੀ ਨਹੀਂ ਚਾਹੁੰਦਾ ਭਾਈ। ਗੁਰੂ ਪਰਮਾਤਮਾ ਦੇ ਦਰਸ਼ਨ ਤਾਂ ਦੂਰ ਦੀ ਗੱਲ ਹੈ, ਗੁਰੂ ਦੇ ਦਰਸ਼ਨ ਨਹੀਂ ਕੋਈ ਚਾਹੁੰਦਾ। ਇਹ ਦਰਸ਼ਨ ਸ਼ਾਸਤਰ ਪੜ੍ਹਨਾ ਹੀ ਨਹੀਂ ਚਾਹੁੰਦਾ ਕੋਈ, ਇਹਦੇ 'ਚੋਂ ਜਿਹੜਾ ਹੈਗਾ ਇਹਨੂੰ ਸਮਝਣਾ ਹੀ ਨਹੀਂ ਚਾਹੁੰਦਾ, ਇਹਨੂੰ ਇੰਪਲੀਮੈਂਟ ਹੀ ਨਹੀਂ ਕਰਨਾ ਚਾਹੁੰਦਾ ਕੋਈ। ਭਾਵ ਕਹਿੰਦੇ ਨਾ ਭਰੋਸਾ ਹੀ ਹੈਗਾ ਤੇ ਨਾ ਪਿਆਰ ਹੈਗਾ। ਗੁਰਦਰਸ਼ਨੇ ਉਧਰੈ ਸੰਸਾਰਾ, ਜੇ ਕੋ ਲਾਏ ਭਾਉ ਪਿਆਰਾ, ਭਾਉ ਪਿਆਰਾ ਲਾਏ ਵਿਰਲਾ ਕੋਏ। ਕੋਈ ਟਾਵਾਂ ਲਾਉਂਦਾ ਹੈ ਔਰ 100% ਸਕਸੈਸ ਹੈਗੀ। ਕੋਈ ਐਸਾ ਜਿਹਨੇ ਭਾਵ ਲਾਇਆ ਹੈ, ਐਸਾ ਕੋਈ ਨਹੀਂ ਹੈਗਾ ਕਿ ਜਿਹਨੂੰ ਪਰਮਾਤਮਾ ਦੇ ਦਰਸ਼ਨ ਨਾ ਹੋਣ। ਅਵਤਾਰ ਕੌਰ ਜੀ, ਤੁਸੀਂ ਬਹੁਤ ਲੇਟ ਹੋ ਗਏ ਹੋ ਅੱਜ, ਇਹ ਜ਼ਰੂਰ ਸੁਣ ਲੈਣਾ ਉੱਪਰਲਾ ਜਿਹੜਾ ਹੈ ਨਾ, ਬਹੁਤ ਅਸੀਂ ਜਿਹੜੇ 360 ਅੰਗ ਤੇ ਹੈਗੇ ਆ। ਜੇ ਕੋ ਲਾਏ 360, ਥੈਂਕ ਯੂ ਵੈਰੀ ਮਚ। ਜੇ ਕੋ ਲਾਏ ਭਾਉ ਪਿਆਰਾ, ਇਹ ਸ਼ਬਦ ਸਟਾਰਟ ਹੁੰਦਾ ਹੈ ਹਰ ਦਰਸ਼ਨ ਪਾਵੇ ਵਡ ਭਾਗ। ਤੀਸਰੀ ਪਾਤਸ਼ਾਹੀ ਦੇ ਸ਼ਬਦ ਲੜੀ ਸ਼ੁਰੂ ਹੋ ਰਹੀ ਹੈ। ਗੁਰਦਰਸ਼ਨੇ ਉਧਰੈ ਸੰਸਾਰਾ, ਕਹਿੰਦੇ ਸੰਸਾਰ ਜਿਹੜਾ ਹੈਗਾ ਉਧਰ ਸਕਦਾ ਹੈ। ਸੰਸਾਰ ਤੋਂ ਆਪਾਂ ਉਧਰ ਸਕਦੇ ਹਾਂ ਜੇ ਕੋ ਲਾਏ ਭਾਉ ਪਿਆਰਾ। ਜੇ ਕੋਈ ਭਾਉ ਲਾ ਲੇ, ਪਿਆਰ ਪਾ ਲੇ ਤੇ ਉਧਰ ਸਕਦੇ ਹਾਂ। ਭਾਉ ਪਿਆਰਾ ਲਾਏ ਵਿਰਲਾ ਕੋਏ, ਕਹਿੰਦੇ ਪਰ ਬਦਕਿਸਮਤੀ ਹੈਗੀ ਕਿ ਕੋਈ ਟਾਵਾਂ ਹੀ ਜਿਹੜਾ ਵਿਰਲਾ ਹੀ ਕੋਈ ਜਿਹੜਾ ਹੈਗਾ ਪਿਆਰ ਪਾਉਂਦਾ ਹੈ ਗੁਰੂ ਦੇ ਦਰਸ਼ਨਾਂ ਦੇ ਵਾਸਤੇ, ਗੁਰੂ ਦੇ ਨਾਲ। ਗੁਰ ਕੇ ਦਰਸ਼ਨੇ ਸਦਾ ਸੁਖ ਹੋਏ, ਭਾਉ ਪਿਆਰਾ ਲਾਏ ਵਿਰਲਾ ਕੋਏ, ਗੁਰ ਕੇ ਦਰਸ਼ਨੇ ਸਦਾ ਸੁਖ ਹੋਏ। ਕਹਿੰਦਾ ਜਿਹੜਾ ਵੀ ਪਿਆਰ ਲਾਉਂਦਾ ਹੈ, ਜਿਹੜਾ ਵੀ ਗੁਰੂ ਦੇ ਦਰਸ਼ਨ ਸ਼ਾਸਤਰ ਲੈਂਦਾ ਹੈ, ਜਿਹੜਾ ਵੀ ਗੁਰੂ ਦੇ ਦਰਸ਼ਨ ਕਰਦਾ ਹੈ, ਦਰਸ਼ਨ ਕਰਨੇ ਕੀ ਹੈ? ਗੁਰੂ ਨੂੰ ਸਮਝਣਾ ਔਰ ਗੁਰੂ ਨੂੰ ਜਿਹੜਾ ਹੈਗਾ ਉਹ ਉਹਨਾਂ ਦੀ ਗੁਰੂ ਦੀ ਗੱਲ ਨੂੰ ਮੰਨਣਾ। ਬਾਣੀ ਇਹਨੂੰ ਦਰਸ਼ਨ ਮੰਨਦੀ ਹੈ।
गुर दर्शने उदर संसारा, जे को लाए भाव प्यारा लाए विरला कोय, गुर के दर्शन सदा सुख होए। जिहड़ा भी भाव लाएगा, गुरु का दर्शन करेगा, हमेशा सुखी हो जाएगा, सदा सुख होए, हमेशा वास्ते सुखी हो जाएगा भाई। गुर के दर्शने मोख द्वार, गुरु के दर्शन के द्वारा ही मुक्ति का दरवाजा लभना है भाई। गुरु तो ज्ञान लैना पऊगा, नहीं तो नेरा है, आपां नूं किवें दरवाजा लभ जूगा। आपां तो नेरे दे विच किसे कीमत ते ही नहीं लभ सकदे। गुर के दर्शने मोख द्वार, सतगुर सेवै परवार सधार। और जिहड़ा भी गुरु के दर्शन करता है, गुरु के अनुसार चल पैंदा है, कहंदे वो तो फिर आप तो तारी जाएगा, पूरे परिवार नूं भी आसरा दे दिंदा है भाई। निगुरे को गत काई नाही, कहंदे निगुरा जिहड़ा हैगा, हुण इत्थे निगुरा जिहड़ा है जिन्होंने अमृत छक लिया जी, वो गुरु वाला बन गया, बस इत्थे कि जिहड़ा फिट कर दिता इन्हां ने, बस उन्ने च ही गुरु वाले बन जाते हैं। इत्थे तो देखो किन्ना कुछ उपर महाराज ने दस्सिया भाई गुरु वाला किवें बनना है। पूरा का पूरा उपर सारी कार्रवाई दसी हुई है। निगुरे को गत काई नाही, जिहड़ा गुरु के अनुसार नहीं चल रहा, जिहड़ा ये ज्ञान लैके इन्हों इंप्लीमेंट नहीं कर रहा भाई, निगुरा हैगा वो। निगुरे को गत काई नाही, उच्ची अवस्था नहीं प्राप्त हो सकती। अवगुण मुठे चोटां खाही, अवगुण नहीं जाणगे ओदे, चोटां खाऊगा। क्योंकि गुरु का दर्शन जिन्हें किया है, वो अंदर अवगुण निकलने, आटोमैटिकली अवगुण दूर होने ਉਹਦੇ ਵਿੱਚੋਂ। गुर के दर्शन मोख द्वार, सतगुर सेवै परवार सधार। निगोरे को गत काई नाही, अवगुण मुठे चोटां खाही। गुर के शब्दे सुख शांत शरीर, गुरु के शब्द के द्वारा सुख आ जाएगा, शांति आ जाएगी। इस शरीर दे विच इंसान की हाले है श्वास दुनिया दे विच हैगा, शांति आ जाएगी भाई, सुखी हो जाएगा वो शब्द अंदर प्रगट होएगा। तो गुरमुखे ताको लगे ना पीर, बस जिहड़ा चल पिया गुरु के अनुसार, कहते उन्होंने तो पीड़ा लग ही नहीं सकती, उन्होंने पीड़ लग ही नहीं सकती, दो होर अगे मैल लग ही नहीं सकती। पीड़ा की हैगी? पीड़ा हैगी दुनिया माया, जो पदार्थ, जो रसकस, जो मोह माया, ये तो यही पीड़ा हैगी। जमकाल तिस नेड़ ना आवे, जमकाल किवें नेड़ आ सकता जब इंसान जिहड़ा हैगा वो जिहड़ा उहदे अंदर कोई अवगुण ही नहीं हैगा, उहदे अंदर अवगुण ही नहीं हैगा, तो वह किस तरीके नाल जमकाल जिहड़ा किहड़ा चार्ज लगा सकता उहदे उत्ते। जमकाल तिस नेड़ ना आवे, नानक गुरमुखे साच समावे। गुरु दे राही पाई वो सच दे विच, परमेश्वर दे विच समा जाएगा, वो दुनिया दे विच नहीं आएगा वापस, वो प्रकृति की कैद दे विच नहीं आएगा। बहुत कीमती शब्द है जी। मैं तो कहना है कि महाराज ने इन्नी जिहड़ी हैगी आ बहुत ही दात दिती है। नाम लिए आसा महला तीजा, शब्दे मुआ विचों आप गवाए। लो जिन्हें गुरु का दर्शन लै लिया, शब्द प्रगट हो गया वो अंदर, मन जिहड़ा हैगा माया वालों जिहड़ा हैगा, मन जिहड़ा हैगा माया वालों संकोच कर गया। शब्दे मुआ विचों आप गवाए, हउमें भी गई। जब माया वालों शरीर वालों जिहड़ा हैगा, शरीर जिहड़ा हैगा अपने आप नूं शरीर नहीं मान रहा, तो हउमें काहदी है फिर। शब्दे मुआ विचों आप गवाए, सतगुर सेवे तिल ना तमाए। कहते यही गुरु की सेवा हैगी भाई, जे करी जाओगा इस तरह ये जिहड़ा हैगा ध्यान सिमरन, तो कहते वो अंदर तमा जिहड़ी हैगी जरा भी तमा नहीं रहेगी। क्योंकि ये देखो गुर के शब्द दे सच्चे बैराग, पिछले शब्द दे विच आया सीगा, घर दर्शन पावे बट भाग, गुर के शब्द सच्चे बैराग। ते तो शब्द लै लिया महाराज ने, जिहदे अंदर प्रगट हो गया। शब्दे मुआ विचों आप गवाए, सतगुर सेवे तिल ना तमाए। निरभौ दाता सदा मन होए। देखो निरभौ दाता मन दे विच आ गया, हमेशा आ गया, हाँ सदा मन होए। सच्ची बाणी पाए वड पाए भाग कोय।
ਸੱਚੀ ਬਾਣੀ ਜਿਹੜੀ ਹੈਗੀ ਭਾਗਾਂ ਦੇ ਨਾਲ ਮਿਲਦੀ ਹੈ ਭਾਈ। ਇਹ ਜਿਹੜੀ ਆ ਗੁਰਬਾਣੀ ਹੈਗੀ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਹੈਗੇ, ਇਹ ਵੀ ਸੱਚੀ ਬਾਣੀ ਹੈ। ਇਹ ਜਿਹੜਾ ਹੈਗਾ ਗਿਆਨ ਹੈਗਾ, ਔਰ ਅੰਦਰ ਜਿਹੜੀ ਹੈਗੀ ਬਾਣੀ, ਜਿਹੜੀ ਅਨਹਤ ਬਾਣੀ ਜਿਹੜੀ ਹੈਗੀ ਅੰਦਰ ਪ੍ਰਗਟ ਹੋਣੀ ਆ, ਉਹ ਵੱਡੇ ਭਾਗਾਂ ਦੇ ਨਾਲ ਕੋਈ ਪਾਉਂਦਾ ਹੈ। ਜਿਹੜਾ ਵੀ ਗੁਰੂ ਦੇ ਦਰਸ਼ਨ ਕਰ ਲਏ, ਜਿਹੜਾ ਗੁਰੂ ਦੇ ਅਨੁਸਾਰ ਚੱਲ ਪਿਆ, ਉਹਦੇ ਅੰਦਰ ਆ ਪ੍ਰੋਸੈਸ ਸ਼ੁਰੂ ਹੋ ਜਾਏਗੀ। ਗੁਣ ਸੰਗਰੋਹ ਵਿੱਚੋਂ ਅਵਗੁਣ ਜਾਏ। ਗੁਣਾਂ ਨੂੰ ਲਈ ਜਾਓ, ਕਹਿੰਦੇ ਅਵਗੁਣ ਆਟੋਮੈਟਿਕਲੀ ਜਾਈ ਜਾਣਗੇ। ਸੰਗਰੋਹ ਲਿਖਿਆ ਹੋਇਆ, ਲਓ, ਜਿਵੇਂ ਗੁਰੂ ਕਹਿ ਰਿਹਾ ਆ, ਗੁਣ ਸੰਗਰੋਹ ਵਿੱਚੋਂ ਅਵਗੁਣ ਜਾਏ। ਪੂਰੇ ਗੁਰ ਕੇ ਸ਼ਬਦੇ ਸਮਾਏ। ਪੂਰੇ ਗੁਰੂ ਦੇ ਸ਼ਬਦ ਦੇ ਵਿੱਚ ਸਮਾ ਜਾਵਾਂਗੇ ਆਪਾਂ। ਸ਼ਬਦ ਦੇ ਦੋ ਸ਼ਬਦ ਪ੍ਰਗਟ ਹੋ ਜਾਏਗਾ, ਉਹਦੇ ਵਿੱਚ ਹੀ ਲੀਨ ਹੋ ਜਾਂਦਾ ਇਨਸਾਨ। ਰਹਾਓ ਗੁਣਾ ਕਾ ਗਾਹਕ ਹੋਵੇ ਸੋ ਗੁਣ ਜਾਣੇ। ਬਸ ਕਹਿੰਦੇ ਗੁਣਾਂ ਦਾ ਗਾਹਕ ਹੈਗਾ ਤੇ ਉਹ ਜਾਣੂਗਾ ਗੁਣ। ਜਿਹੜਾ ਅਵਗੁਣਾਂ ਦਾ ਗਾਹਕ ਹੈ ਉਹਨੇ ਤਾਂ ਅਵਗੁਣ ਹੀ ਇਕੱਠੇ ਕਰੀ ਜਾਣੇ। ਗੁਣਾ ਕਾ ਗਾਹਕ ਹੋਵੇ ਸੋ ਗੁਣ ਜਾਣੇ। ਗੁਣ ਔਰ ਅਵਗੁਣ ਦੋਨੋਂ ਇਨਸਾਨ ਦੇ ਅੰਦਰ ਵਸਦੇ ਆ ਭਾਈ। ਜਿਹੜੀ ਚੀਜ਼ ਨੂੰ ਜਿਹੜਾ ਹੈ ਉਹ ਪ੍ਰਗਟ ਹੋ ਜਾਂਦੇ ਆ, ਉਹ ਦੂਜੇ ਜਿਹੜੇ ਆ ਘਟ ਜਾਂਦੇ, ਛੁਪ ਜਾਂਦੇ ਆ। ਗੁਣਾ ਕਾ ਗਾਹਕ, ਜੇ ਕੋਈ ਨੈਗੇਟਿਵ ਹੈਗਾ, ਜੇ ਕੋਈ ਜਿਹੜਾ ਹੈਗਾ ਕ੍ਰੋਧੀ ਹੈਗਾ, ਜੇ ਕੋਈ ਲੋਭੀ ਹੈਗਾ, ਬਸ ਅਵਗੁਣ ਹੈਗੇ, ਇਹਨਾਂ ਨੇ ਪ੍ਰਗਟ ਹੋ ਜਾਣਾ, ਔਰ ਜਿਹੜੇ ਹੈਗੇ ਗੁਣਾਂ ਨੇ ਛੁਪ ਜਾਣਾ। ਗੁਣਾ ਕਾ ਗਾਹਕ ਹੋਵੇ ਸੋ ਗੁਣ ਜਾਣਾ। ਅੰਮ੍ਰਿਤ ਸ਼ਬਦੇ ਨਾਮ ਵਖਾਣੇ। ਆ ਲਓ ਦੇਖੋ, ਨਾਮ ਜਿਹੜਾ ਹੈਗਾ ਅਲੱਗ ਤੇ ਸ਼ਬਦ ਅਲੱਗ ਹੋ ਗਿਆ। ਸ਼ਬਦ ਦੇ ਦੁਆਰਾ ਨਾਮ ਨੂੰ ਵਖਾਣਨਾ ਹੈ ਆਪਾਂ ਨੇ। ਅੰਮ੍ਰਿਤ ਨਾਮ ਵਖਾਣੇ ਸ਼ਬਦ ਦੇ ਦੁਆਰਾ, ਸ਼ਬਦ ਦੇ ਦੁਆਰਾ ਵਖਾਣਨਾ ਹੈ। ਉਹ ਸ਼ਬਦ ਅੰਦਰ ਪ੍ਰਗਟ ਹੋਣਾ ਚਾਹੀਦਾ ਹੈ। ਜਿਹਦੇ ਅੰਦਰ ਸ਼ਬਦ ਪ੍ਰਗਟ ਹੋ ਗਿਆ ਤੇ ਬਸ ਨਾਮ ਨੂੰ ਵਖਾਣ ਲੱਗ ਗਿਆ। ਨਾਮ ਪਦਾਰਥ ਪ੍ਰਗਟ ਹੋਣਾ ਹੀ ਹੋਣਾ ਹੈ। ਗੁਣਾ ਕਾ ਗਾਹਕ ਹੋਵੇ ਸੋ ਗੁਣ ਜਾਣੇ। ਅੰਮ੍ਰਿਤ ਸ਼ਬਦ ਨਾਮ ਵਖਾਣੇ। ਸਾਚੀ ਬਾਣੀ ਸੂਚਾ ਹੋਏ। ਇਹ ਸਾਚੀ ਬਾਣੀ ਹੈਗੀ ਭਾਈ, ਇਹਦੇ ਨਾਲ ਸੁੱਚਾ ਹੋਣਾ ਲਾਜ਼ਮੀ ਹੈਗਾ। ਇਹਦੇ ਨਾਲ ਮੈਲ ਜਾਣੀ ਲਾਜ਼ਮੀ ਹੈਗੀ। ਗੁਣ ਤੇ ਨਾਮ ਪ੍ਰਾਪਤ ਹੋਏ। ਬਸ ਦੇਖੋ, ਜਦ ਤੱਕ ਗੁਣ ਨਹੀਂ ਹੈਗੇ ਇਨਸਾਨ ਦੇ ਅੰਦਰ, ਨਾਮ ਵਾਲੀ ਗੱਲ ਤਾਂ ਭੁੱਲ ਜਾਈਏ ਆਪਾਂ। ਜਦ ਅਵਗੁਣ ਕਰ ਰਹੇ ਹਾਂ ਆਪਾਂ, ਨੈਗੇਟਿਵ ਹੈਗੇ ਆ, ਦੂਜਿਆਂ ਨੂੰ ਜਿਹੜਾ ਹੈਗਾ ਦੂਜਿਆਂ ਦੇ ਵਿੱਚ ਐਬ ਲੱਭਦੇ ਫਿਰਦੇ ਆ, ਤੇ ਕਿਹੜੇ ਪਾਸਿਓਂ ਨਾਮ ਤੱਕ ਪਹੁੰਚਾਂਗੇ ਭਾਈ? ਗੁਣ ਕਿੱਥੇ ਹੈ ਆਪਣੇ ਕੋਲ? ਸਾਚੀ ਬਾਣੀ ਸੂਚਾ ਹੋਏ, ਗੁਣ ਤੇ ਨਾਮ ਪ੍ਰਾਪਤ ਹੋਏ। ਗੁਣ ਅਮੋਲਕ ਪਾਏ ਨਾ ਜਾਏ। ਓ ਹੋ ਦੇਖੋ ਕਿੰਨਾ ਜਿਹੜਾ ਹੈਗਾ ਮਹਾਰਾਜ ਜਿਹੜਾ ਕਿੰਨਾ ਗਿਆਨ ਦੇ ਰਹੇ। ਕਹਿੰਦੇ ਗੁਣ ਪਾਉਣੇ ਬੜੇ ਔਖੇ ਆ ਪਿਆਰਿਆ, ਮਨ ਨੂੰ ਮਾਰਨਾ ਪੈਂਦਾ ਹੈ। ਗੁਣ ਅਮੋਲਕ ਪਾਏ ਨਾ ਜਾਏ, ਮਨ ਨਿਰਮਲ ਸਾਚੈ ਸ਼ਬਦ ਸਮਾਏ। ਪਰ ਭਾਈ ਮਨ ਨਿਰਮਲ ਚਾਹੀਦਾ ਹੈ। ਮਨ ਨਿਰਮਲ ਕਿਵੇਂ ਹੋਏਗਾ? ਕਹਿੰਦੇ ਧਿਆਨ ਸਿਮਰਨ ਦੇ ਨਾਲ ਹੋਏਗਾ ਭਾਈ। ਕਰੀ ਜਾ, ਮਨ ਨਿਰਮਲ ਹੋ ਗਿਆ ਤੇ ਗੁਣ ਆਟੋਮੈਟਿਕਲੀ, ਸੱਚੇ ਸ਼ਬਦ ਤੇਰੇ ਅੰਦਰ ਪ੍ਰਗਟ ਹੋ ਗਿਆ ਤੇ ਗੁਣਾਂ ਨੇ ਆਟੋਮੈਟਿਕਲੀ ਤੇਰੇ ਅੰਦਰ ਸਮਾ ਜਾਣਾ ਹੈ। ਜੇ ਕਹੇਗਾ ਵੀ ਮੈਂ ਜਿਹੜਾ ਹੈਗਾ ਅੱਜ ਤੋਂ ਬਾਅਦ ਜਿਹੜਾ ਹੈਗਾ ਮੈਂ ਲੋਭ ਨਹੀਂ ਕਰਨਾ, ਮੈਂ ਮੋਹ ਨਹੀਂ ਕਰਨਾ, ਮੈਂ ਕਾਮ ਨਹੀਂ ਕਰਨਾ, ਕਹਿੰਦੇ ਨਹੀਂ ਹੋ ਸਕਦਾ। ਨਹੀਂ ਹੋ ਸਕਦਾ ਪਿਆਰਿਆ। ਇਸ ਤਰ੍ਹਾਂ ਗੁਣ ਨਹੀਂ ਅੰਦਰ ਆ ਸਕਦੇ। ਇਸ ਤਰ੍ਹਾਂ ਇਹ ਐਟੀਕੇਟਸ ਨਹੀਂ ਹੈਗੇ। ਇਨਸਾਨ ਜਿਹੜਾ ਹੈ ਜਦ ਮੌਕਾ ਆਏਗਾ ਤੇ ਸਾਰਾ ਕੁਝ ਛੱਡ ਦੇਗਾ। ਉਹ ਤੋਤਾ ਜਿਹੜਾ ਹੈਗਾ ਆਪਣੇ ਅੰਦਰ ਦੀ ਸਹੀ ਬੋਲੀ, ਅੰਦਰਲੀ ਬੋਲੀ ਬੋਲਣ ਲੱਗ ਜਾਏਗਾ, ਰਾਮ ਰਾਮ ਛੱਡ ਦੇਗਾ ਉਹ। ਗੁਣ ਅਮੋਲਕ ਪਾਏ ਨਾ ਜਾਏ, ਮਨ ਨਿਰਮਲ ਸਾਚੇ ਸ਼ਬਦ ਸਮਾਏ। ਮਨ ਨੂੰ ਨਿਰਮਲ ਕਰਨਾ ਹੈ ਪਹਿਲਾਂ, ਮੈਲ ਗਵਾਉਣੀ ਹੈ ਪਹਿਲਾਂ, ਸੰਸਕਾਰ ਜਾਣੇ ਚਾਹੀਦੇ ਆ। ਸੱਚੇ ਸ਼ਬਦ ਦੇ ਨਾਲ ਜਾਣਗੇ ਭਾਈ, ਪ੍ਰਗਟ ਕਰ ਸ਼ਬਦ ਨੂੰ। ਮਨ ਨਿਰਮਲ ਸਾਚੇ, ਮਨ ਦੇ ਵਿੱਚੋਂ ਆਪਣੇ ਜਿਹੜੇ ਹੈਗੇ ਇਹ ਜਿਹੜੇ ਹੈਗੇ ਤੇਰੇ ਲਹਿਰਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਸ਼ਾਂਤ ਕਰ, ਧਿਆਨ ਸਿਮਰਨ ਦੁਆਰਾ ਕੇਂਦਰਿਤ ਕਰ, ਸ਼ਬਦ ਅਭਿਆਸ ਦੇ ਦੁਆਰਾ। ਮਨ ਨਿਰਮਲ ਸਾਚੈ ਸ਼ਬਦ ਸਮਾਏ, ਸੇ ਵਡ ਭਾਗੀ ਜਿਨ ਨਾਮ ਤੇ ਆਇਆ। ਜਿਨ੍ਹਾਂ ਨੂੰ ਨਾਮ ਨੂੰ ਧਿਆਨ ਹੈ, ਜਿਨ੍ਹਾਂ ਦਾ ਨਾਮ ਦਾ, ਜਿਨ੍ਹਾਂ ਨੇ ਨਾਮ ਨੂੰ ਧਿਆਇਆ, ਕਹਿੰਦੇ ਵੱਡੇ ਭਾਗਾਂ ਵਾਲੇ ਹੈਗੇ। ਨਾਮ ਨੂੰ ਪ੍ਰਗਟ ਕਰ ਲਿਆ ਉਹਨਾਂ ਨੇ। ਸਦਾ ਗੁਣ ਦਾਤਾ ਮਨ ਵਸਾਇਆ। ਉਹਨਾਂ ਨੇ ਤਾਂ ਗੁਣਾਂ ਦੇ ਦਾਤੇ ਨੂੰ ਹੀ ਮਨ 'ਚ ਵਸਾ ਲਿਆ। ਮਾਲਕ ਪਰਮਾਤਮਾ ਹੀ ਆ ਗਿਆ। ਜੋ ਗੁਣ ਸੰਗ੍ਰਹਿ ਤਿਨ ਬਲਿਹਾਰੇ ਜਾਉ। ਦੇਖੋ ਭਾਈ ਤੀਸਰੀ ਪਾਤਸ਼ਾਹੀ ਕੀ ਕਹਿ ਰਹੀ ਹੈ?
ਕਹਿੰਦੇ ਜਿਹੜਾ ਲੱਗ ਗਿਆ ਗੁਣ ਲੈਣ ਵਾਸਤੇ, ਜਿਹੜਾ ਅਵਗੁਣ ਛੱਡਣ ਲੱਗ ਗਿਆ, ਕਹਿੰਦੇ ਮੈਂ ਤਾਂ ਬਲਿਹਾਰ ਜਾਣਾ ਇਸ ਇਨਸਾਨ ਤੋਂ। ਭਾਵੇਂ ਜਿਹੇ ਜਿਹਾ ਮਰਜ਼ੀ ਕਾਲਾ ਹੈ, ਜਿਹੇ ਜਿਹਾ ਮਰਜ਼ੀ ਜਿਹੜਾ ਹੈਗਾ ਪਾਪੀ ਹਥਿਆਰਾ, ਜਿਹੇ ਜਿਹਾ ਮਰਜ਼ੀ ਹੈਗਾ, ਜਿੱਤ ਸ਼ੁਰੂ ਹੋ ਗਿਆ ਗੁਣ ਸੰਗ੍ਰਹਿ ਕਰਨ ਵਾਸਤੇ, ਕਹਿੰਦੇ ਬਲਿਹਾਰੀ ਹੈ ਭਾਈ, ਬਲਿਹਾਰੀ ਹੈ ਇਸ ਇਨਸਾਨ ਤੋਂ। ਜਿਹੜਾ ਗੁਣ ਅਵਗੁਣ ਛੱਡਣ ਲੱਗ ਗਿਆ, ਗੁਣ ਇਕੱਠੇ ਕਰਨ ਲੱਗ ਗਿਆ, ਜਿਹੜਾ ਜੋ ਗੁਣ ਸੰਗ੍ਰਹਿ ਤਿਨ੍ਹਾਂ ਬਲਿਹਾਰੇ ਜਾਓ। ਕਮਾਲ ਦਾ ਗਿਆਨ ਹੈ ਜੀ। ਅੱਜ ਤਾਂ ਮਾਲਕ ਪਰਮਾਤਮਾ ਨੇ ਐਸੀ ਬਖਸ਼ਿਸ਼ ਕੀਤੀ ਹੈ। ਜੋ ਗੁਣ ਸੰਗ੍ਰਹਿ ਤਿਨ੍ਹਾਂ ਬਲਿਹਾਰੇ ਜਾਓ, ਦਰ ਸਾਚੈ ਸਾਚੇ ਗੁਣ ਗਾਓ। ਦੇਖੋ ਦਰ ਤੇ ਪਹੁੰਚ ਜਾਂਦਾ, ਸੱਚੇ ਦਰ ਤੇ, ਇਹ ਸੱਚੇ ਗੁਣਾਂ ਦੇ ਦੁਆਰਾ। ਦਰ ਸਾਚੈ ਸਾਚੇ ਗੁਣ ਗਾਓ। ਭਗਤੀ ਕਰਦਾ ਕਰਦਾ ਜਿਹੜਾ ਇਨਸਾਨ ਮਾਲਕ ਦੇ ਦਰ ਤੇ ਪਹੁੰਚ ਜਾਂਦਾ ਹੈ, ਦਸਮ ਦੁਆਰ ਤੇ। ਆਪੇ ਦੇਵੈ ਸਹਿਜ ਸੁਭਾਏ, ਨਾਨਕ ਕੀਮਤ ਕਹਿਣ ਨਾ ਜਾਏ। ਮਾਲਕ ਨੇ ਬਖਸ਼ਿਸ਼ ਕਰਨੀ ਹੈ, ਸਹਿਜ ਸੁਭਾਏ ਕਰ ਦੇਣੀ ਹੈ। ਕੀਮਤ ਨਹੀਂ ਪਾਈ ਜਾ ਸਕਦੀ ਭਾਈ, ਇਹ ਗੁਣਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ। ਨਾਨਕ ਕੀਮਤ ਕਹਿਣ ਨਾ ਜਾਏ, ਇੰਨੇ ਕੀਮਤੀ ਹੈ ਗੁਣ। ਜੋ ਗੁਣ ਸੰਗ੍ਰਹਿ ਤਿਨ੍ਹੇ ਬਲਿਹਾਰੇ ਜਾਉ, ਦਰ ਸਾਚੈ ਸਾਚੇ ਗੁਣ ਗਾਉ। ਆਪੇ ਦੇਵੈ ਸਹਿਜ ਸੁਭਾਏ, ਮਾਲਕ ਨੇ ਦੇਣੇ ਆ ਗੁਣ, ਸਹਿਜ ਸੁਭਾਏ ਦੇ ਦੇਣੇ ਆ। ਆਪਾਂ ਨੇ ਸਿਰਫ ਜਿਹੜਾ ਹੈਗਾ ਚੁਆਇਸ ਕਰਨੀ, ਔਰ ਆਪਾਂ ਨੇ ਜਿਹੜਾ ਹੈਗਾ ਜੋ ਇਹ ਗੁਰੂ ਬਾਣੀ, ਜੋ ਗੁਰੂ ਕਹਿ ਰਿਹਾ ਉਹ ਕਾਰਵਾਈ ਕਰਨੀ। ਆਪੇ ਦੇਵੇ ਸਹਿਜ ਸੁਭਾਏ, ਨਾਨਕ ਕੀਮਤ ਕਹਿਣ ਨਾ ਜਾਏ। ਅਗਲਾ ਸ਼ਬਦ ਆਸਾ ਮਹਲਾ ਤੀਜਾ। ਸਤਿਗੁਰ ਵਿੱਚ ਵੱਡੀ ਵਡਿਆਈ, ਚਿਰੀ ਵਿਛੁੰਨੇ ਮੇਲ ਮਿਲਾਈ। ਦੇਖੋ ਕਹਿੰਦੇ ਸਤਿਗੁਰ ਦੇ ਵਿੱਚ ਆਹ ਵਡਿਆਈ ਹੈ ਭਾਈ, ਆਹ ਹੈ ਸਤਿਗੁਰੂ, ਆਹ ਵਡਿਆਈ ਹੈ ਸਤਿਗੁਰੂ ਦੀ। ਇਸ ਕਰਕੇ ਸਤਿਗੁਰੂ ਵੱਡਾ ਹੈਗਾ ਭਾਈ। ਕਹਿੰਦੇ ਜਿੰਨਾ ਪੁਰਾਣਾ ਜਦ ਦਾ ਮਾਲਕ ਤੋਂ ਪਰਮਾਤਮਾ ਤੋਂ ਵਿਛੜਾ, ਚਿਰੀ ਵਿਛੁੰਨੇ ਮੇਲ ਮਿਲਾਏ, ਉਹਨਾਂ ਨੂੰ ਵੀ ਮਿਲਾ ਦਿੰਦਾ ਹੈ ਭਾਈ। ਆਇਆ ਗੁਰੂ, ਆਇਆ ਬ੍ਰਹਮ ਗਿਆਨੀ, ਆਇਆ ਸਤਿਗੁਰੂ। ਸਤਿਗੁਰ ਵਿੱਚ ਵੱਡੀ ਵਡਿਆਈ, ਚਿਰੀ ਵਿਛੁੰਨੇ ਮੇਲ ਮਿਲਾਈ। ਆਪੇ ਮੇਲ ਮਿਲਾਏ, ਆਪਣੀ ਕੀਮਤ ਆਪੇ ਪਾਏ। ਇਹ ਚੀਜ਼ ਕੌਣ ਕਰਦਾ ਹੈ? ਸਤਿਗੁਰੂ ਕੌਣ ਪ੍ਰਗਟ ਕਰਦਾ ਹੈ? ਸਤਿਗੁਰੂ ਨੂੰ ਕੌਣ ਮਿਲਾਉਂਦਾ ਹੈ? ਕਹਿੰਦੇ ਆਪੇ ਮੇਲ ਮਿਲਾਏ। ਮਾਲਕ ਪਰਮਾਤਮਾ ਨੇ ਮਿਲਾਉਣਾ ਹੈ ਸਤਿਗੁਰੂ ਨੂੰ। ਆਪਾਂ ਨੇ ਚੁਆਇਸ ਕਰਨੀ, ਆਪਾਂ ਨੇ ਡਿਮਾਂਡ ਕਰਨੀ। ਆਪੇ ਮੇਲ ਮਿਲਾਏ, ਆਪਣੀ ਕੀਮਤ ਆਪੇ ਪਾਏ। ਆਪ ਮਾਲਕ ਕੀਮਤ ਪਾਉਂਦਾ ਹੈ ਭਾਈ, ਆਪ ਇਸ ਪਾਸੇ ਲੱਗਦਾ। ਤਾਂ ਇਨਸਾਨ ਜਿਹੜਾ, ਜਦ ਇਨਸਾਨ ਨੂੰ ਜਿਹੜਾ ਹੈਗਾ ਕੋਈ ਵੱਡਾ ਖਿਡੌਣਾ ਮਿਲਦਾ, ਤਾਂ ਬੱਚਾ ਛੋਟਾ ਖਿਡੌਣਾ ਛੱਡਦਾ ਹੈ। ਹਰ ਕੀ ਕੀਮਤ ਕਿਨ ਵਿਧ ਹੋਏ, ਹਰ ਅਪਰੰਪਰ ਅਗਮ ਅਗੋਚਰ, ਗੁਰ ਕੇ ਸ਼ਬਦੇ ਮਿਲੇ ਜਨ ਕੋਏ ਰਹਾਓ। ਕਹਿੰਦੇ ਕਿਸ ਤਰ੍ਹਾਂ ਕੀਮਤ ਹੁੰਦੀ ਹੈ ਪਰਮਾਤਮਾ ਦੀ। ਬਈ ਇਹ ਧਿਆਨ ਸਿਮਰਨ ਕਰਨਾ, ਇਹ ਜਿਹੜਾ ਭਗਤੀ ਕਰਨੀ ਹੈ, ਮੈਂ ਲਿਵ ਵਾਲੇ ਰਸਤੇ 'ਤੇ ਤੁਰਨਾ ਹੈ। ਉਹਨੇ ਆਹ ਵੈਲਿਊ ਪਾ ਲਈ ਇਸ ਮਾਇਆ ਤੋਂ। ਜਿਹੜੀ ਮਾਇਆ ਦੋ ਚੀਜ਼ਾਂ ਹੈਗੀਆਂ, ਦੋਨਾਂ ਦੀ ਜਗ੍ਹਾ ਉਹਨੇ ਆਹ ਚੀਜ਼ ਪਿਕ ਕਰ ਲਈ। ਕਹਿੰਦੇ ਆਹ ਚਾਹੀਦੀ ਮੈਨੂੰ, ਹੱਥ ਰੱਖਤਾ ਉਹਨੇ ਇਸ ਚੀਜ਼ 'ਤੇ, ਆਹ ਚਾਹੀਦੀ ਹੈ ਮੈਨੂੰ। ਹਰ ਕੀ ਕੀਮਤ ਕਿਨ ਵਿਦੇ ਹੋਏ, ਹਰ ਅਪਰੰਪਰ ਅਗਮ ਅਗੋਚਰ, ਗੁਰ ਕੇ ਸ਼ਬਦੇ ਮਿਲੇ ਜਨ ਕੋਏ। ਉਹ ਮਾਲਕ ਪਰਮਾਤਮਾ ਤਾਂ ਪਰੇ ਪਾਰਾਵਾਰ ਹੀ ਨਹੀਂ ਪਾਇਆ ਜਾ ਸਕਦਾ। ਅਗਮ ਹੈ, ਅਗੋਚਰ ਵੀ ਹੈਗਾ, ਨਹੀਂ ਦਿਸਦਾ, ਇੰਦਰੀਆਂ ਦੀ ਪਕੜ ਤੋਂ ਪਰੇ ਹੈਗਾ। ਕਿਵੇਂ ਉਹਦੇ ਨਾਲ ਮਿਲਿਆ ਜਾਏ? ਕਹਿੰਦੇ ਗੁਰੂ ਦੇ ਸ਼ਬਦ ਦੇ ਦੁਆਰਾ ਪਾਈ। ਕੋਈ ਟਾਵਾਂ ਮਿਲ ਸਕਦਾ ਹੈ ਉਹਨੂੰ ਜਿਹਨੇ ਕੀਮਤ ਪਾਈ ਹੈ। ਹਰ ਕੀ ਕੀਮਤ ਕਿਨ ਵਿਦ ਹੋਏ, ਹਰ ਅਪਰੰਪਰ ਅਗਮ ਅਗੋਚਰ, ਗੁਰ ਕੇ ਸ਼ਬਦੇ ਮਿਲੇ ਜਨ ਕੋਏ ਰਹਾਓ। ਗੁਰਮੁਖੀ ਕੀਮਤ ਜਾਣੇ ਕੋਏ। ਕਹਿੰਦੇ ਗੁਰੂ ਦੇ ਰਾਹੀਂ ਕੋਈ ਟਾਵਾਂ ਜਿਹੜਾ ਹੈਗਾ ਕੀਮਤ ਜਾਣਦਾ ਹੈ ਭਾਈ। ਕੋਈ ਟਾਵਾਂ ਸ਼ਿਫਟ ਹੁੰਦਾ ਹੈ। ਨਾਰਮਲੀ ਕਹਿੰਦੇ ਸਾਰੇ ਦੇ ਸਾਰੇ ਕਹਿੰਦੇ ਸਾਨੂੰ ਤਾਂ ਭਾਈ ਪੁੱਤਰ ਕਲੱਤਰ ਹੋਰ ਧਨ ਦੌਲਤ ਆਹ ਚੀਜ਼ਾਂ ਚਾਹੀਦੀਆਂ। ਗੁਰਮੁਖੀ ਕੀਮਤ ਜਾਣੇ ਕੋਏ, ਵਿਰਲੇ ਕਰਮੇ ਪ੍ਰਾਪਤ ਹੋਏ। ਕਹਿੰਦੇ ਵਿਰਲਾ ਆ, ਵਿਰਲੇ ਟਾਵੇਂ ਜਿਹੜੇ ਮਾਲਕ ਦੀ ਬਖਸ਼ਿਸ਼ ਹੋ ਗਈ ਭਾਈ, ਪ੍ਰਾਪਤ ਹੋ ਗਈ। ਉੱਚੀ ਬਾਣੀ ਉੱਚਾ ਹੋਏ। ਆਹ ਉੱਚੀ ਬਾਣੀ ਹੈ ਭਾਈ, ਇਹਦੇ ਦੁਆਰਾ ਉੱਚਾ ਹੋਈ ਜਾਣਾ ਹੈ। ਇਸ ਬਾਣੀ ਨੇ ਉਹ ਅਨਹਦ ਬਾਣੀ ਪ੍ਰਗਟ ਕਰ ਦੇਣੀ ਹੈ। ਉਹਨੇ ਹੋਰ ਜਿਹੜਾ ਮੈਲ ਲਾ ਦੇਣੀ ਹੈ, ਉੱਚਾ ਹੋ ਜਾਣਾ ਹੈ। ਕਾਰਵਾਈ ਤਾਂ ਆਹੀ ਹੈ।
ਗੁਰਮੁਖੇ ਸ਼ਬਦ ਦੇ ਵਖਾਣੇ ਕੋਏ, ਸ਼ਬਦ ਦੇ ਦੁਆਰਾ ਪਾਏ ਵਖਾਣ ਕੇ ਜਿਹੜਾ ਹੈਗਾ ਇਹ ਚੀਜ਼ ਜਿਹੜੀ ਹੈਗੀ ਉੱਚਾ ਹੋ ਸਕਦਾ ਹੈ ਔਰ ਕੀਮਤ ਪਾ ਸਕਦਾ ਹੈ। ਜਿਹੜਾ ਕੀਮਤ ਪਾ ਲਊਗਾ ਉਹ ਚੱਲ ਪਊਗਾ ਇਸ ਰਸਤੇ 'ਤੇ ਔਰ ਫਿਰ ਉਹ ਨਾਮ ਪਦਾਰਥ ਤੱਕ ਚਲੇ ਜਾਏਗਾ। ਵਿਣ ਨਾਮ ਹੈ ਦੁੱਖ ਦਰਦ ਸਰੀਰ, ਨਾਮ ਤੋਂ ਬਗੈਰ ਜਿਹੜਾ ਹੈਗਾ ਦੁੱਖ ਵੀ ਰਹਿਣੇ ਆ, ਦਰਦ ਵੀ ਰਹਿਣਾ ਹੈ ਸਰੀਰ ਦੇ ਅੰਦਰ। ਜੂਨ ਸਰੀਰ ਦੇ ਵਿੱਚ ਹੀ ਰਹਿਣਾ ਪਊਗਾ ਤੈਨੂੰ, ਇਹ ਪ੍ਰਕਿਰਤੀ ਦੀ ਕੈਦ 'ਚ ਰਹਿਣਾ ਪਊਗਾ, ਬਾਹਰ ਨਹੀਂ ਨਿਕਲ ਸਕਦਾ। ਵਿਣ ਨਾਮ ਹੈ ਦੁੱਖ ਦਰਦ ਸਰੀਰ, ਸਤਿਗੁਰ ਭੇਟੇ ਤਾਂ ਉਤਰੇ ਪੀਰ। ਦੇਖ ਲਓ, ਕਹਿੰਦੇ ਆ ਭਾਈ ਗੁਰੂ ਦਾ ਦਰਸ਼ਨ ਲੈਣਾ ਪਊਗਾ, ਸਤਿਗੁਰੂ ਨੂੰ ਭੇਜਣਾ ਪਊਗਾ, ਸਤਿਗੁਰੂ ਦੇ ਅਨੁਸਾਰ ਕਾਰਵਾਈ ਕਰਨੀ ਪਊਗੀ, ਤਾਂ ਇਹ ਪੀੜਾ ਉਤਰ ਸਕਦੀ ਹੈ। ਬਿਨ ਗੁਰ ਭੇਟੇ ਦੁੱਖ ਕਮਾਏ। ਲਓ ਦੇਖ ਲਓ ਭਾਈ, ਨਹੀਂ ਭੇਟਦੇ ਤੇ ਕੀ ਕਰਦੇ ਆ, ਕਾਹਦੀ ਕਮਾਈ ਕਰਦੇ ਆ? ਕਹਿੰਦੇ ਦੁੱਖਾਂ ਦੀ ਕਮਾਈ ਕਰਦੇ ਆ। ਦੁੱਖ ਜਿਹੜੇ ਹੈਗੇ ਉਹਨਾਂ ਨੂੰ ਇਹਨੇ ਕਮਾਈ, ਜੋ ਵੀ ਜਿੱਥੇ ਵੀ ਆਪਾਂ ਸਵਾਸ ਲਗਾ ਰਹੇ, ਜੋ ਕੁਛ ਵੀ ਕਰ ਰਹੇ, ਕਹਿੰਦੇ ਇਹਨਾਂ ਨੇ ਦੁੱਖ ਦੇਣਾ ਹੀ ਹੈ, ਦੁੱਖ ਹੀ ਇਕੱਠੇ ਕਰ ਰਹੇ ਆ ਮਿੱਤਰਾ। ਬਿਨ ਗੁਰ ਭੇਟੇ ਦੁੱਖ ਕਮਾਏ, ਮਨ ਮੁਖੇ ਬਹੁਤ ਹੀ ਮਿਲੇ ਸਜਾਏ। ਔਰ ਮਨ ਦੇ ਪਿੱਛੇ ਹੈ, ਇਨਸਾਨ ਛੱਡਦਾ ਨਹੀਂ ਹੈ। ਮਨ ਹੀ ਤਾਂ ਹੈਗਾ ਬੱਚਾ, ਕੰਟਰੋਲਰ ਜਿਹੜਾ ਹੈਗਾ। ਕਹਿੰਦੇ ਫਿਰ ਮਨ ਦੇ ਪਿੱਛੇ ਜਾਏਗਾ ਤੇ ਪਿਆਰਿਆ ਫਿਰ ਤਾਂ ਸਜ਼ਾ ਵੀ ਮਿਲੂ। ਕਹਿੰਦੇ ਬਹੁਤੀ ਸਜ਼ਾ ਮਿਲੂਗੀ, ਬਹੁਤ ਜ਼ਿਆਦਾ ਸਜ਼ਾ ਮਿਲੂਗੀ। ਜਨਮ ਮਰਨ ਤੋਂ ਬਾਹਰ ਨਹੀਂ ਆਏਗਾ, ਜੂਨਾਂ ਦੇ ਵਿੱਚ ਜਾਏਗਾ। ਹਰ ਕਾ ਨਾਮ ਮੀਠਾ ਅਤ ਰਸ ਹੋਏ। ਕਹਿੰਦੇ ਪਰਮੇਸ਼ਰ ਦਾ ਨਾਮ ਇੰਨਾ ਮਿੱਠਾ ਹੈ ਪਿਆਰਿਆ, ਔਰ ਇੰਨਾ ਰਸਦਾਇਕ ਹੈਗਾ। ਅਤ ਰਸ ਹੋਏ, ਹਰ ਕਾ ਨਾਮ ਮੀਠਾ ਅਤ ਰਸ ਹੋਏ। ਪੀਵਤ ਰਹਿ ਪਿਆਏ ਸੋਏ। ਪੀਂਦਾ ਹੀ ਰਹੇਗਾ ਪਿਆਰਿਆ, ਪੀਂਦਾ ਹੀ ਰਹੇਗਾ। ਔਰ ਮਾਲਕ ਪਰਮਾਤਮਾ ਨੇ ਪਿਆਉਣਾ ਹੈ। ਗੁਰ ਕਿਰਪਾ ਤੇ ਹਰ ਰਸ ਪਾਏ। ਬਸ ਗੁਰੂ ਦੀ ਕਿਰਪਾ ਦੇ ਨਾਲ ਰਸ ਮਿਲਣਾ ਹੈ। ਗੁਰੂ ਦੇ ਦਰਸ਼ਨ ਲੈਣਾ, ਸ਼ਾਸਤਰ ਲੈਣਾ ਪਊਗਾ ਭਾਈ। ਕਿਰਪਾ ਦਾ ਪਾਤਰ ਹੋਣਾ ਪਊਗਾ ਗੁਰੂ ਦੀ ਕਿਰਪਾ ਦਾ। ਗੁਰ ਕਿਰਪਾ ਤੇ ਹਰ ਰਸ ਪਾਏ, ਨਾਨਕ ਨਾਮ ਰਤੇ ਗਤ ਪਾਏ। ਨਾਮ ਦੇ ਵਿੱਚ ਰਤਨਾ ਪਊਗਾ ਤਾਂ ਜਿਹੜਾ ਹੈਗਾ ਇਹ ਉੱਚੀ ਅਵਸਥਾ ਹੁੰਦੀ। ਚੌਥਾ ਸ਼ਬਦ ਆ ਗਿਆ ਜੀ, ਆਸਾ ਮਹਲਾ ਤੀਜਾ। ਮੇਰਾ ਪ੍ਰਭ ਸਾਚਾ ਗਹਿਰ ਗੰਭੀਰ। ਕਹਿੰਦੇ ਉਹ ਮਾਲਕ ਪਰਮਾਤਮਾ ਸੱਚਾ ਹੈਗਾ, ਹਮੇਸ਼ਾ ਰਹਿਣ ਵਾਲਾ ਹੈਗਾ, ਅਬਨਾਸੀ ਹੈਗਾ, ਗਹਿਰਾ ਹੈਗਾ, ਗੰਭੀਰ ਹੈਗਾ, ਸੀਰੀਅਸ। ਮਾਲਕ ਪਰਮਾਤਮਾ ਜਿਹੜਾ ਹੈਗਾ ਗੱਲ ਨੂੰ ਤੇਰੀ ਫਰਿਆਦ ਜਿਹੜੀ ਹੈਗੀ ਤੇਰੇ ਅੰਦਰ, ਤੇਰੀ ਬੇਨਤੀ ਨੂੰ ਇੱਕਦਮ ਸੁਣਦਾ ਹੈ। ਮੇਰਾ ਪ੍ਰਭ ਸਾਚਾ ਗਹਿਰ ਗੰਭੀਰ, ਸੇਵਤ ਹੀ ਸੁਖ ਸ਼ਾਂਤ ਸਰੀਰ। ਤੂੰ ਉਹਦੀ ਸੇਵਾ ਕਰੇਗਾ ਤੇ ਤੈਨੂੰ ਸੁਖ ਆਉਣਾ ਲਾਜ਼ਮੀ ਹੈਗਾ, ਸ਼ਾਂਤੀ ਆਉਣੀ ਲਾਜ਼ਮੀ ਹੈਗੀ ਇਸੇ ਜਾਮੇ ਦੇ ਵਿੱਚ, ਇਸੇ ਸਰੀਰ ਦੇ ਅੰਦਰ। ਸ਼ਬਦ ਤਰੇ ਜਨ ਸਹਿਜ ਸੁਭਾਏ। ਸ਼ਬਦ ਪ੍ਰਗਟ ਕਰਨਾ ਪਊਗਾ, ਉਹਦੇ ਦੁਆਰਾ ਤਰ ਸਕਦਾ ਹੈ, ਸਹਿਜ ਸੁਭਾਏ ਤਰ ਸਕਦਾ ਹੈ। ਜਿਹੜਾ ਵੀ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਸੇਵਾ ਕਰਦਾ ਹੈ, ਮੇਰਾ ਪ੍ਰਭ ਸਾਚਾ, ਇਹੀ ਮਾਲਕ ਪਰਮਾਤਮਾ ਦੀ ਉਸ ਗੰਭੀਰ ਗਹਿਰੇ ਦੀ ਸੱਚੇ ਦੀ ਸੇਵਾ ਹੈਗੀ। ਉਹਦੇ ਅੰਦਰ ਸ਼ਾਂਤੀ ਵਰਤਣੀ ਲਾਜ਼ਮੀ ਹੈਗੀ, ਸ਼ਾਂਤੀ ਸੁਖ ਆਉਣੇ ਲਾਜ਼ਮੀ ਹੈਗੇ। ਸ਼ਬਦ ਦੇ ਤਰੇ ਜਨ ਸਹਿਜ ਸੁਭਾਏ। ਸਹਿਜ ਸੁਭਾਏ ਜਿਹੜਾ ਹੈਗਾ, ਸੁਖੈਨ ਹੀ ਜਿਹੜਾ ਹੈਗਾ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚ ਹੋਵੇ ਮੁਕਤ। ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ ਜੁਗਤ। ਸ਼ਬਦ ਤਰੇ ਜਨ ਸਹਿਜ ਸੁਭਾਏ। ਸਹਿਜ ਸੁਭਾਏ ਕਹਿੰਦੇ ਤਰ ਜਾਏਗਾ ਭਾਈ। ਤਿਨਕੇ ਹਮ ਸਦ ਲਾਗੇ ਪਾਏ। ਕਹਿੰਦੇ ਮੈਂ ਤਾਂ ਹਮੇਸ਼ਾ ਉਸ ਦੇ ਪੈਰ ਫੜਦਾ ਹੈ ਭਾਈ, ਉਹਦੇ ਪੈਰ ਹੀ ਪੈਣਾ ਹੈ। ਜਿਹੜੇ ਜੇ ਇਸ ਕਾਰਵਾਈ ਕਰਦੇ, ਜੋ ਮਨ ਰਾਤੇ ਹਰ ਰੰਗ ਲਾਏ। ਦੇਖ ਲਓ ਹੁਣ ਰਤਨਾ ਕਿਸ ਤਰ੍ਹਾਂ, ਮਨ ਨੇ ਰਤਨਾ ਹੈ, ਮਨ ਹੈਗਾ ਅੰਦਰੋਂ। ਜੋ ਮਨ ਰਾਤੇ ਹਰ ਰੰਗ ਲਾਏ, ਜਿਨ੍ਹਾਂ ਦੇ ਅੰਦਰ ਮਨ ਰੰਗਿਆ ਗਿਆ ਪਰਮੇਸ਼ਰ ਦੇ ਰੰਗ ਦੇ ਵਿੱਚ। ਤਿਨਕਾ ਜਨਮ ਮਰਨ ਦੁੱਖ ਲਾਥਾ, ਤੇ ਹਰ ਦਰਗਹਿ ਮਿਲੇ ਸੁਭਾਏ। ਕਹਿੰਦੇ ਉਹਨਾਂ ਦਾ ਜਨਮ ਮਰਨ ਖਤਮ ਹੋ ਗਿਆ ਭਾਈ, ਉਹ ਤਾਂ ਪਰਮਾਤਮਾ ਦੀ ਦਰਗਾਹ 'ਚ ਪਹੁੰਚ ਗਏ। ਸਹਿਜ ਸੁਭਾਏ ਮਾਲਕ ਪਰਮਾਤਮਾ ਦੇ ਨਾਲ ਇਕਮਿਕ ਹੋ ਗਏ। ਰਹਾਓ ਸ਼ਬਦ ਝਾਕ ਹੈ ਸਾਚਾ ਸਾਧ ਪਾਏ। ਕਹਿੰਦੇ ਸ਼ਬਦ, ਹੁਣ ਦੇਖੋ ਕਿਹਨੂੰ ਚੱਖਣਾ ਹੈ ਆਪਾਂ ਨੇ।
ਸ਼ਬਦ ਨੂੰ ਚਖਣਾ ਹੈ। ਸ਼ਬਦ ਨੂੰ, ਸ਼ਬਦ ਚਾਖ ਹੈ ਸਾਚਾ ਸਾਧ, ਔਂਕੜ ਲੱਗੀ ਹੋਈ ਹੈ ਸ਼ਬਦ ਨੂੰ। ਸ਼ਬਦ ਨੂੰ ਚਖਿਆ ਆਪਾਂ ਨੇ, ਸ਼ਬਦ ਦਾ ਸਵਾਦ ਆ ਗਿਆ, ਸ਼ਬਦ ਦੇ ਨਾਲ ਹੀ ਸਵਾਦ ਆ ਜਾਣਾ। ਹਰ ਕਾ ਨਾਮ ਮਨ ਵਸਾਇਆ, ਅੰਦਰ ਨਾਮ ਵਸ ਜਾਣਾ ਹੈ ਮਨ ਦੇ। ਸ਼ਬਦ ਚਾਖ ਕੇ ਸਾਚਾ ਸਾਧ ਪਾਏ, ਹਰ ਕਾ ਨਾਮ ਮਨ ਵਸਾਏ, ਹਰ ਪ੍ਰਭ ਸਦਾ ਰਹਾ ਭਰਪੂਰ, ਆਪੇ ਨੇੜੇ ਆਪੇ ਦੂਰ। ਉਹ ਮਾਲਕ ਪਰਮਾਤਮਾ ਭਰਪੂਰ ਹੈਗਾ, ਹਰ ਜਗ੍ਹਾ ਤੇ ਭਰਪੂਰ ਹੈ ਮਾਲਕ ਪਰਮਾਤਮਾ। ਅੰਦਰ ਵਸ ਜਾਏਗਾ ਆ ਕੇ, ਉਹ ਬਿਲਕੁਲ ਨੇੜੇ ਹੈਗਾ ਔਰ ਦੂਰ ਨੇੜੇ ਸਾਰੀ ਜਗ੍ਹਾ ਤੇ ਉਹ ਮਾਲਕ ਪਰਮਾਤਮਾ ਹੈਗਾ। ਆਖਣ ਆਖੈ ਬਕੈ ਸਭ ਕੋਏ, ਆਪੇ ਬਖਸ਼ ਮਿਲਾਵੇ ਸੋਏ, ਮਿਲਾਏ ਸੋਏ। ਪਰ ਕਹਿੰਦੇ ਗੱਲ ਕੀ ਹੈ, ਪ੍ਰੋਬਲਮ ਕੀ ਹੈਗੀ? ਕਹਿੰਦੇ ਗੁਰੂ ਦਾ ਦਰਸ਼ਨ, ਜਿਹੜਾ ਦਰਸ਼ਨ ਸ਼ਾਸਤਰ ਵੀ ਲੈਂਦੇ ਆ, ਸਾਰਾ ਕੁਛ ਕਰਦੇ ਆ, ਆਖਣੇ ਆਖੈ ਬਕੈ ਸਭ ਕੋਏ, ਬਸ ਸੁਣ ਲਿਆ, ਬੋਲੀ ਜਾਂਦੇ ਆ ਸਾਰਾ ਕੁਛ। ਇਹ ਸਾਰਾ ਕੁਛ ਬੋਲੀ ਜਾਂਦੇ ਆ, ਬੋਲਦੇ ਆ ਸਾਰਾ ਕੁਛ ਜਿਹੜਾ ਹੈਗਾ। ਇਹ ਜਿਹੜਾ ਹੈਗਾ ਹਰ ਪ੍ਰਭ ਸਦਾ ਰਿਹਾ ਭਰਪੂਰ, ਆਪੇ ਨੇੜੇ ਆਪੇ ਦੂਰ। ਹਰੇਕ ਬੰਦਾ ਜਿਹਦੇ ਕੋਲ ਵੀ ਪੁੱਛ ਲਓ, ਆਹ ਗੱਲ ਕਰ ਦੇਗਾ ਉਹ। ਬੋਲਦੇ ਸਾਰੇ ਆ ਕਹਿੰਦੇ, ਆਖਣੇ ਆਖੇ ਬਕੇ ਸਭ ਕੋਏ, ਸਾਰੇ ਬਕਦੇ ਆ ਕਹਿੰਦੇ, ਆਹ ਗੱਲ ਸਾਰੇ ਬੋਲਦੇ ਆ। ਬਕਣਾ ਜਿਹੜਾ ਇਹ ਮਾੜੇ ਵਰਡ ਨਹੀਂ ਹੈ, ਬਕਣਾ ਉਸ ਟਾਈਮ ਜਿਹੜਾ ਹੈਗਾ ਉਹ ਬੋਲੀ ਸੀਗੀ, ਬਕਣਾ ਮਤਲਬ ਬੋਲਣਾ ਸੀਗਾ। ਕਹਿੰਦੇ ਸਾਰੇ ਬੋਲਦੇ ਆ ਇਸ ਤਰੀਕੇ ਦੇ ਨਾਲ, ਹਰ ਪ੍ਰਭ ਸਦਾ ਰਿਹਾ ਭਰਪੂਰ, ਆਪੇ ਨੇੜੇ ਆਪੇ ਦੂਰ। ਇਹ ਗੱਲ ਤਾਂ ਸਾਰੇ ਕਹਿੰਦੇ ਆ ਵੀ ਹਰ ਜਗ੍ਹਾ ਤੇ ਪਰਮਾਤਮਾ ਹੈਗਾ, ਨੇੜੇ ਵੀ, ਬਾਹਰ ਵੀ, ਅੰਦਰ ਵੀ, ਸਭ ਜਗ੍ਹਾ ਤੇ। ਆਖਣ ਆਖੈ ਬਕੈ ਸਭ ਕੋਏ, ਆਪੇ ਬਖਸ਼ ਮਿਲਾਏ ਸੋਏ। ਕਹਿੰਦੇ ਪਰ ਉਹ ਮਾਲਕ ਪਰਮਾਤਮਾ ਨੇ ਬਖਸ਼ਿਸ਼ ਕਰਕੇ, ਬਖਸ਼ ਕੇ ਮਿਲਾਉਣਾ ਮਾਲਕ ਨੇ ਹੈਗਾ। ਕਿਵੇਂ ਮਿਲਾਉਣਾ ਹੈਗਾ? ਆਖਣ ਆਖੇ ਬਕੇ ਸਭ ਕੋਈ, ਇਸ ਤਰ੍ਹਾਂ ਮਿਲਾ ਦੇਣਾ ਹੈ। ਕਹਿੰਦੇ ਕਹਿਣੇ ਕਥਨ ਨਾ ਪਾਇਆ ਜਾਏ। ਕਹਿੰਦੇ ਖਾਲੀ ਬੋਲਣ ਦੇ ਨਾਲ, ਕਹਿਣ ਦੇ ਨਾਲ ਤੇ ਕਥਨ ਦੇ ਨਾਲ ਥੋੜ੍ਹੀ ਨਾ ਪਾਇਆ ਜਾਂਦਾ ਹੈ ਵੀ ਮਾਲਕ ਪਰਮਾਤਮਾ ਜਿਹੜਾ ਹੈਗਾ ਹਰ ਜਗ੍ਹਾ ਤੇ ਭਰਪੂਰ ਹੈਗਾ, ਨੇੜੇ ਹੈਗਾ, ਦੂਰ ਹੈਗਾ, ਸਾਰਾ ਇਹ ਬੋਲਣ ਦੇ ਨਾਲ। ਹਰੇਕ ਦੇ ਅੰਦਰ ਪਰਮਾਤਮਾ ਹੈਗਾ, ਖਾਲੀ ਗੱਲਾਂ ਕਰਨ ਦੇ ਨਾਲ। ਆਖਣ ਆਖੈ ਬਕੈ ਸਭ ਕੋਏ, ਆਪੇ ਬਖਸ਼ ਮਿਲਾਏ ਸੋਏ। ਕਹਿਣੇ ਕਥਨ ਨਾ ਪਾਇਆ ਜਾਏ, ਗੁਰ ਪ੍ਰਸਾਦ ਵਸੈ ਮਨ ਆਏ। ਗੁਰੂ ਦਾ ਪ੍ਰਸਾਦ ਲੈਣਾ ਪਊਗਾ। ਗੁਰੂ ਦਾ ਪ੍ਰਸਾਦ ਕੀ ਹੈ? ਗੁਰੂ ਦਾ ਦਰਸ਼ਨ ਸ਼ਾਸਤਰ, ਗੁਰੂ ਦਾ ਗਿਆਨ। ਗੁਰੂ ਤੋਂ ਗਿਆਨ ਲੈਣਾ ਹੈ, ਗਿਆਨ ਨੂੰ ਇੰਪਲੀਮੈਂਟ ਕਰਨਾ ਆਪਣੇ ਅੰਦਰ, ਗਿਆਨ ਦੇ ਅਨੁਸਾਰ ਕਾਰਵਾਈ ਕਰਨੀ ਹੈ, ਗਿਆਨ ਦੇ ਅਨੁਸਾਰ ਔਗੁਣ ਦੂਰ ਕਰਨੇ ਹੈ, ਮਨ ਦੀ ਮੈਲ ਲਾਉਣੀ ਹੈ, ਗੁਣ ਆਟੋਮੈਟਿਕਲੀ ਪ੍ਰਗਟ ਹੋ ਜਾਣਗੇ। ਆਇਆ ਗੁਰੂ ਦਾ ਪ੍ਰਸਾਦ, ਗੁਰ ਪ੍ਰਸਾਦ ਵਸੇ ਮਨ ਆਏ। ਕਹਿਣੇ ਕਥਨ ਨਾ ਪਾਇਆ ਜਾਏ, ਗੁਰ ਪ੍ਰਸਾਦ ਵਸੈ ਮਨ ਆਏ। ਆਪਣੇ ਆਪ ਆ ਕੇ ਵਸ ਜਾਣਾ ਹੈ ਪਾਏ। ਗੁਰਮੁਖ ਵਿੱਚੋਂ ਆਪ ਗਵਾਏ। ਆਇਆ ਗੁਰਮੁਖ ਜਿਹਦਾ ਗੁਰੂ ਦੇ ਅਨੁਸਾਰ ਚੱਲ ਰਿਹਾ ਹੈ, ਕਹਿੰਦੇ ਉਹਨੇ ਆਪਣੇ ਆਪ ਨੂੰ ਵਿੱਚੋਂ ਗਵਾ ਦੇਣਾ ਹੈ। ਉਹਦਾ ਆਪਣਾ ਉਹ ਸਰੀਰ ਨਹੀਂ ਹੈਗਾ, ਮੈਂ ਨਹੀਂ ਹੈਗਾ ਉਹ। ਗੁਰਮੁਖ ਵਿੱਚੋਂ ਆਪ ਗਵਾਏ, ਹਰ ਰੰਗ ਰਾਤੇ ਮੋਹ ਚੁਕਾਏ। ਪਰਮੇਸ਼ਰ ਦੇ ਰੰਗ ਦੇ ਵਿੱਚ ਰਤਿਆ ਹੋਇਆ। ਜਿਹਨੇ ਆਪ ਆਪਣਾ ਆਪ ਗਵਾ ਲਿਆ, ਸੈਲਫ ਹੈ ਨੀਗਾ ਜਿਹਦਾ, ਤੇ ਉਹਨੂੰ ਪਰਾਇਆ ਤੇ ਆਪਣੇ 'ਚ ਕੀ ਫਰਕ ਹੈ? ਉਹਦਾ ਕਾਹਦਾ ਮੋਹ ਹੈ ਕਿਸੇ ਦੇ ਨਾਲ? ਜਿਹਦਾ ਆਪਣੇ ਆਪ ਨਾਲ ਮੋਹ ਨਹੀਂ ਹੈਗਾ, ਉਹ ਦੂਸਰੇ ਦੇ ਨਾਲ ਕਾਹਦਾ ਮੋਹ ਹੈ ਉਹਨੂੰ? ਗੁਰਮੁਖ ਵਿੱਚੋਂ ਆਪ ਗਵਾਏ, ਹਰ ਰੰਗ ਰਾਤੇ ਮੋਹ ਚੁਕਾਏ। ਉਹਦੇ ਫਿਰ ਜਦੋਂ ਮੋਹ ਨਿਕਲ ਗਿਆ ਤੇ ਪਰਮੇਸ਼ਰ ਦਾ ਰੰਗ ਤਾਂ ਚੜ੍ਹ ਗਿਆ ਉਹਦੇ ਅੰਦਰ। ਅਤ ਨਿਰਮਲ ਗੁਰ ਸ਼ਬਦ ਵਿਚਾਰ। ਕਹਿੰਦੇ ਅਤ ਨਿਰਮਲ ਆ ਪਾਏ। ਅਤ ਨਿਰਮਲ ਇਸੇ ਨੇ ਸ਼ਬਦ ਨੇ ਤੈਨੂੰ ਜਿਹੜਾ ਹੈਗਾ ਨਿਰਮਲ ਕਰਨਾ ਹੈ। ਅਤ ਨਿਰਮਲ ਗੁਰ ਸ਼ਬਦ ਵਿਚਾਰ, ਨਾਨਕ ਨਾਮ ਹੈ ਸਵਾਰਨ ਹਾਰ। ਨਾਮ ਨਹੀਂ ਸਵਾਰਨਾ ਹੈ ਭਾਈ, ਨਾਮ ਦੇ ਦੁਆਰਾ ਸਵਾਰਿਆ ਜਾਣਾ ਹੈ। ਸਾਰੀ ਕਾਰਵਾਈ ਜਿਹੜੀ ਹੈਗੀ ਨਾਮ ਦੇ ਦੁਆਰਾ ਹੋਣੀ। ਨਾਮ ਨੂੰ ਪ੍ਰਗਟ ਕਰਨਾ ਪਊਗਾ। ਨਾਮ ਅੰਦਰ ਹੈਗਾ, ਆਪਣੇ ਗੁਪਤ ਹੈਗਾ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਔਰ ਸ਼ਬਦ ਦੇ ਦੁਆਰਾ ਅਤ ਨਿਰਮਲ ਗੁਰ ਸ਼ਬਦ ਵਿਚਾਰ ਇਸ ਤਰ੍ਹਾਂ ਪ੍ਰਗਟ ਹੋਣਾ ਹੈ। ਔਰ ਸ਼ਬਦ ਦੇ ਵਾਸਤੇ, ਅੰਦਰ ਵਸਣ ਵਾਸਤੇ ਗੁਣ ਚਾਹੀਦੇ ਆ ਭਾਈ। ਅਵਗੁਣ ਆਟੋਮੈਟਿਕਲੀ ਜਾਣਗੇ ਜੇ ਗੁਣਾਂ ਦਾ ਗਾਹਕ ਬਣ ਜਾਏਗਾ ਤੇ
ਹਾਸਾ ਮਹਲਾ ਤੀਜਾ। ਹੁਣ ਕਹਿੰਦੇ ਜਿਹੜੇ ਇਹਦੇ ਵਿੱਚ ਮਹਾਰਾਜ ਜਿਹੜੇ ਆ ਉਹ ਗਿਆਨ ਦੇ ਰਹੇ ਭਾਈ ਕਿ ਜਿਹੜੇ ਹੁਣ ਜਿਹੜੇ ਨਹੀਂ ਚੁਆਇਸ ਕਰਦੇ, ਨਹੀਂ ਜਿਹੜੇ ਹੈਗੇ ਨਾਮ ਅਭਿਆਸ ਕਰਦੇ, ਨਹੀਂ ਜਿਹੜੇ ਹੈਗੇ ਗੁਰੂ ਦੇ ਦਰਸ਼ਨ ਕਰਦੇ, ਨਹੀਂ ਇਸ ਰਸਤੇ 'ਤੇ ਆਉਂਦੇ, ਲਿਵ ਵਾਲਾ ਰਸਤਾ ਨਹੀਂ ਚਾਹੁੰਦੇ ਉਹ, ਅਤੇ ਉਹਨਾਂ ਦਾ ਕੀ ਹੋਏਗਾ। ਕਹਿੰਦੇ ਆਪਸ਼ਨ ਤੇਰੇ ਕੋਲ ਆ, ਤੂੰ ਉੱਧਰ ਜਾ ਸਕਦਾ ਹੈ, ਨੋ ਪ੍ਰੋਬਲਮ ਐਟ ਆਲ। ਹਾਸਾ ਮਹਲਾ ਤੀਜਾ। ਦੂਜੇ ਭਾਏ ਲਗੇ ਦੁੱਖ ਪਾਇਆ। ਕਹਿੰਦੇ ਦੁੱਖ ਪਾਉਂਦੇ ਜਿਹੜੇ ਵੀ ਦੂਜੇ ਮਾਇਆ ਦੇ ਵਿੱਚ, ਆਕਾਰ ਦੇ ਵਿੱਚ, ਪਦਾਰਥਾਂ ਦੇ ਵਿੱਚ, ਔਰ ਜਿਹੜੇ ਹੈਗੇ ਆਪਣੇ ਪਰਿਵਾਰ, ਜੋ ਕੁਛ ਵੀ ਦਿਸ ਰਿਹਾ ਹੈ ਉਹਦੇ ਵਿੱਚ ਪ੍ਰਕਿਰਤੀ ਦੇ ਨਾਲ ਜੁੜੇ, ਪ੍ਰਕਿਰਤੀ ਨੂੰ ਹੀ ਸਭ ਕੁਝ ਸਮਝਿਆ ਉਹਨਾਂ ਨੇ। ਕਹਿੰਦੇ ਪਾਏ ਉਹ ਤਾਂ ਫਿਰ ਦੁੱਖ ਪਾਉਂਦੇ। ਉਹਨਾਂ ਦਾ ਪਿਆਰ ਜਿਹੜਾ ਹੈਗਾ ਦੂਜੇ ਦੇ ਨਾਲ ਹੋ ਗਿਆ। ਹੈ ਇੱਕ ਮਾਲਕ ਪਰਮਾਤਮਾ, ਪ੍ਰਕਿਰਤੀ ਦੇ ਵਿੱਚ ਵੀ ਮਾਲਕ ਹੈ, ਉਹਨਾਂ ਨੇ ਨਹੀਂ ਸਮਝਿਆ ਮਾਲਕ ਨੂੰ, ਪ੍ਰਕਿਰਤੀ ਦੇ ਨਾਲ ਜੁੜ ਗਏ। ਕਹਿੰਦੇ ਬਸ ਦੁੱਖ ਪਾਉਣਗੇ। ਬਿਨ ਸ਼ਬਦੇ ਬਿਰਥਾ ਜਨਮ ਗਵਾਇਆ। ਉਹਨਾਂ ਨੇ ਤਾਂ ਦੁੱਖ ਪਾਇਆ ਔਰ ਸ਼ਬਦ ਨਹੀਂ ਪ੍ਰਗਟ ਕੀਤਾ, ਅਤੇ ਬਿਰਥਾ ਜਿਹੜਾ ਕਾਹਦੇ ਵਾਸਤੇ ਆਇਆ, ਜਨਮ ਕਾਹਦੇ ਵਾਸਤੇ ਲਿਆ ਸੀ, ਕੀ ਫਾਇਦਾ ਹੋਇਆ ਉਹਨਾਂ ਨੂੰ। ਗਵਾ ਲਿਆ ਆਪਣਾ ਚਾਂਸ, ਬਿਰਥਾ ਗਵਾ ਲਿਆ ਚਾਂਸ। ਬਿਨ ਸ਼ਬਦ ਹੈ ਬਿਰਥਾ ਜਨਮ ਗਵਾਇਆ। ਸਤਿਗੁਰ ਸੇਵਾ ਸੋਜੀ ਹੋਏ। ਕਹਿੰਦੇ ਲੈ ਗੁਰੂ ਦਾ ਦਰਸ਼ਨ ਸ਼ਾਸਤਰ, ਗੁਰੂ ਦੇ ਅਨੁਸਾਰ ਸੇਵਾ ਕਰ, ਜੋ ਕਹਿ ਰਿਹਾ ਗੁਰੂ। ਸਤਿਗੁਰ ਸੇਵਾ ਸੋਝੀ ਹੋਏ। ਸਤਿਗੁਰੂ ਦੀ ਸੇਵਾ ਕੀ ਹੈ? ਸਤਿਗੁਰੂ ਦੀ ਸੇਵਾ ਹੈ ਵੀ ਕਿ ਸਤਿਗੁਰੂ ਦਾ ਗਿਆਨ ਲੈ ਲਓ, ਸਤਿਗੁਰੂ ਜੋ ਕਹਿ ਰਿਹਾ ਉਹ ਗੱਲ ਨੂੰ ਸਮਝ ਲਓ, ਉਹਦੇ ਅਨੁਸਾਰ ਕਾਰਵਾਈ ਕਰ ਲਓ। ਆਹੀ ਸਤਿਗੁਰੂ ਦੀ ਸੇਵਾ ਹੈਗੀ। ਸਤਿਗੁਰ ਸੇਵਾ ਸੋਝੀ ਹੋਏ, ਦੂਜੇ ਭਾਏ ਨਾ ਲਾਗੇ ਕੋਏ। ਕਹਿੰਦੇ ਭਾਈ ਨਾ ਦੂਸਰੇ ਨਾਲ ਪਿਆਰ ਨਾ ਪਾਓ। ਜਿਹਨੇ ਸਤਿਗੁਰੂ ਨੂੰ ਮਿਲ ਗਿਆ, ਜਿਹਨੇ ਜਿਹੜਾ ਹੈਗਾ ਸੋਝੀ ਹੋ ਗਈ ਜਿਹਨੂੰ, ਉਹ ਕਿਉਂ ਜਿਹੜਾ ਹੈਗਾ ਮਾਇਆ ਦੇ ਵਿੱਚ ਜਿਹੜੀ ਹੈਗੀ ਕਿਉਂ ਫਸੂਗਾ, ਕਿਉਂ ਮਾਇਆ ਨਾਲ ਪਿਆਰ ਪਾਊਗਾ। ਦੂਜੇ ਭਾਏ ਨਾ ਲਾਗੇ ਕੋਏ, ਮੂਲ ਲਾਗੇ ਸੇ ਜਨ ਪਰਵਾਨ। ਮੂਲ ਦੇ ਨਾਲ, ਕਿਉਂਕਿ ਮਾਇਆ ਜਿਹੜੀ ਹੈਗੀ ਹੈ ਤਾਂ ਮਾਇਆ ਵੀ ਪਰਮਾਤਮਾ ਦਾ, ਪਰਮਾਤਮਾ ਦੀ ਪਾਵਰ ਪਰਮਾਤਮਾ ਤੋਂ ਹੀ ਹੈ, ਪਰਮਾਤਮਾ ਦੇ ਵਿੱਚ ਹੀ ਹੈਗੀ ਆ। ਕਹਿੰਦੇ ਪਰ ਖੇਡ ਇਹੀ ਹੈਗੀ ਭਾਈ, ਉਹ ਡਾਲੀ ਹੈਗੀ ਮੂਲ ਦੇ ਨਾਲ ਲੱਗ। ਮੂਲ ਲਾਗੇ ਸੇ ਜਨ ਪਰਵਾਨ। ਕੀ ਕਰਦੇ ਆ ਉਹ? ਅਨਦਿਨ ਰਾਮ ਨਾਮ ਜਪ ਹਿਰਦੈ, ਗੁਰ ਸ਼ਬਦੀ ਹਰੇ ਕੋ ਜਾਣ ਰਹਾ। ਅਨਦਿਨ ਕਹਿੰਦੇ ਆ ਉਹ ਆਹ ਕਾਰਵਾਈ ਕਰਦੇ ਆ ਭਾਈ, ਰਾਮ ਨਾਮ ਦੀ ਜਪਦੇ ਆ ਹਿਰਦੇ ਦੇ ਨਾਲ। ਗੁਰ ਸ਼ਬਦੀ, ਗੁਰੂ ਦੇ ਸ਼ਬਦ ਦੇ ਦੁਆਰਾ ਹਰ ਇੱਕ ਕੋ ਜਾਣ, ਉਸ ਇੱਕ ਮਾਲਕ ਪਰਮਾਤਮਾ ਨੂੰ ਜਾਣਦੇ ਆ ਉਹ ਲੱਗੇ ਆ ਮੂਲ ਦੇ ਨਾਲ। ਰਹਾਓ ਡਾਲੀ ਲਾਗੇ ਨੇ ਫਲ ਜਾਏ। ਡਾਲੀ ਦੇ ਨਾਲ ਲੱਗ ਕੇ ਭਾਈ, ਡਾਲੀ ਮਾਇਆ ਹੈਗੀ, ਪਦਾਰਥ ਹੈਗੇ, ਰਸਕਸ ਦੋ ਦੁਨੀਆ ਦੇ ਸਰੀ ਆਕਾਰ ਪਰਿਵਾਰ ਸਾਰਾ ਆਪਣਾ ਸਰੀਰ ਡਾਲੀ ਹੈਗੀ। ਡਾਲੀ ਲਾਗੇ ਨੇ ਫਲ ਜਾਏ। ਕਹਿੰਦੇ ਫਿਰ ਤਾਂ ਜਨਮ ਕੋਈ ਫਰੂਟਲੈਸ ਹੋ ਜਾਣਾ, ਤੇਰਾ ਜਨਮ ਕੁਛ ਮਿਲਣਾ ਹੀ ਨਹੀਂ ਹੈ। ਫਿਰ ਤਾਂ ਨੇਰੇ 'ਚ ਆ ਗਿਆ। ਅੰਧੀ ਕੰਮੀ ਅੰਧ ਸਜਾਏ। ਫਿਰ ਨੇਰੇ ਦੇ ਵਿੱਚ ਕਾਰਵਾਈ ਕਰ ਰਿਹਾ, ਅਤੇ ਉਹ ਫਿਰ ਤੈਨੂੰ ਉਹਦੇ ਨੇਰੇ ਦੇ ਵਿੱਚ ਰਹਿਣ ਦੀ ਸਜ਼ਾ ਮਿਲਣੀ ਹੈ ਪਿਆਰਿਆ। ਜਨਮਾਂ ਜੂਨਾਂ ਦੇ ਵਿੱਚ ਜਾਏਗਾ, ਜਨਮ ਮਰਨ ਨਹੀਂ ਖਤਮ ਹੋਏਗਾ। ਮਨ ਮੁਖ ਅੰਧਾ ਠੌਰ ਨਾ ਪਾਏ। ਮਨ ਦੇ ਪਿੱਛੇ ਹੈਗਾ ਆ ਅਤੇ ਨੇਰੇ 'ਚ ਹੈਗਾ ਪਿਆਰਿਆ, ਟਿਕਾਣਾ ਨਹੀਂ ਲੱਭਣਾ ਕਿਤੇ ਵੀ। ਬਿਸ਼ਟਾ ਕਾ ਕੀੜਾ ਬਿਸ਼ਟਾ ਮਾਹੇ ਪਚਾਏ। ਬਿਸ਼ਟਾ ਸੀਗੀ ਜ਼ਹਿਰ ਮਾਇਆ, ਇਹਨੂੰ ਮਾਇਆ ਜੋ ਦਿਸ ਰਿਹਾ ਹੈ, ਪਾਵਰ ਮਾਲਕ ਦੀ, ਆਕਾਰ ਰੂਪ ਰੰਗ ਸਭ ਬਾਦ ਜੋ ਦਿਸ ਰਿਹਾ ਹੈ, ਕਹਿੰਦੇ ਇਹ ਬਿਸ਼ਟਾ ਹੈਗੀ ਭਾਈ, ਗੰਦਗੀ ਹੈਗੀ। ਗੰਦਗੀ ਦਾ ਕੀੜਾ ਹੈਗਾ ਆ, ਅਤੇ ਇਹਦੇ ਵਿੱਚ ਹੀ ਰਹੇਗਾ, ਫਿਰ ਇਹਦੇ ਵਿੱਚ ਵੀ ਪਚੀ ਜਾਏਗਾ ਬਸ। ਬਿਸ਼ਟਾ ਕਾ ਕੀੜਾ ਬਿਸ਼ਟਾ ਮਾਹੇ ਪਚਾਏ। ਗੁਰ ਕੀ ਸੇਵਾ ਸਦਾ ਸੁਖ ਪਾਏ। ਗੁਰੂ ਦੀ ਸੇਵਾ ਦੇ ਨਾਲ ਹਮੇਸ਼ਾ ਵਾਸਤੇ ਸੁਖੀ ਹੋ ਜਾਏਗਾ। ਗੁਰ ਕੀ ਸੇਵਾ ਸਦਾ ਸੁਖ ਪਾਏ। ਸੰਤ ਸੰਗ ਮਿਲ ਹਰ ਗੁਣ ਗਾਏ। ਗੁਰੂ ਦੀ ਸੰਗਤ ਦੇ ਨਾਲ, ਸਾਧ ਸੰਗਤ ਦੇ ਵਿੱਚ ਮਿਲ ਕੇ ਗੁਣ ਪਰਮੇਸ਼ਰ ਦੇ ਗੁਣ ਗਾਉਣ ਦਾ ਇਨਸਾਨ, ਗੁਰੂ ਦੱਸਦਾ ਆਹ ਗੁਣਿਆ ਪਾਏ। ਸਤ ਸੰਤੋਖ ਦਇਆ ਧਰਮ ਧੀਰਜ ਆਹ ਗੁਣ ਹੈਗੇ। ਨਾਮੇ ਨਾਮ ਕਰੇ ਵਿਚਾਰ। ਨਾਮ ਦੇ ਨਾਲ ਵਿਚਾਰ। ਨਾਮੇ ਨਾਮ, ਉਹਦੇ ਅੰਦਰ ਕੀ ਹੈਗਾ? ਨਾਮ ਦੀ ਵਿਚਾਰ ਹੈ ਉਹਦੇ ਅੰਦਰ। ਉਹਨੂੰ ਪਤਾ ਲੱਗ ਗਿਆ ਤੱਤ ਵਸਤੂ ਆ ਹੈਗੀ ਭਾਈ। ਨਾਮੇ ਨਾਮ ਕਰੇ ਵਿਚਾਰ। ਉਹਦੇ ਸਵਾਸ ਨਾਮ ਤੇ ਲੱਗਦੇ ਆ, ਧਿਆਨ ਸਿਮਰਨ ਤੇ ਲੱਗਦੇ ਆ। ਨਾਮੇ ਨਾਮ ਕਰੇ ਵਿਚਾਰ, ਆਪ ਤਰੈ ਕੁਲ ਉਧਰਨਹਾਰ। ਆਪ ਤਰ ਜਾਂਦਾ ਹੈ, ਔਰ ਜਿਹੜੇ ਆਪਣੇ ਕੁਲ ਨੂੰ
ਜਿਹੜੇ ਵੀ ਉਹਨਾਂ ਦੀ ਸੰਗਤ ਕਰਦੇ ਆ ਉਹਨਾਂ ਨੂੰ ਵੀ ਉਤਾਰ ਦਿੰਦਾ ਹੈ। ਗੁਰ ਕੀ ਬਾਣੀ ਨਾਮ ਵਜਾਏ, ਦੇਖੋ ਕੀ ਲਿਖਿਆ ਹੋਇਆ, ਕਹਿੰਦੇ ਗੁਰੂ ਦੀ ਬਾਣੀ ਨੇ ਨਾਮ ਨੂੰ ਤੇਰੇ ਅੰਦਰ ਵਜਾ ਦੇਣਾ, ਵੱਜਣ ਲੱਗ ਪੈਣਾ ਨਾਮ ਤੇਰੇ ਅੰਦਰ। ਗੁਰ ਕੀ ਬਾਣੀ ਨਾਮ ਵਜਾਏ, ਨਾਨਕ ਮਹਿਲ ਸ਼ਬਦੇ ਕਰ ਪਾਏ। ਸ਼ਬਦ ਦੇ ਦੁਆਰਾ ਜਿਹੜਾ ਹੈਗਾ ਮਹਿਲ ਪ੍ਰਾਪਤ ਹੋਣਾ ਹੈ ਪਾਏ, ਸ਼ਬਦ ਪ੍ਰਗਟ ਕਰਨਾ ਪਊਗਾ। ਨਾਨਕ ਮਹਿਲ ਸ਼ਬਦੇ ਕਰ ਪਾਏ, ਇਸ ਦੇਹੀ ਦੇ ਅੰਦਰ ਹੀ ਉਹ ਮਾਲਕ ਦਾ ਮਹਿਲ ਜਿਹੜਾ ਹੈਗਾ ਉਹ ਤੇਰੇ ਅੰਦਰ ਹੀ ਰਸਤਾ ਲੱਭ ਜਾਣਾ ਤੈਨੂੰ। ਗੁਰਮਤਿ ਸਤ ਸਰੇ ਹਰ ਜਲ ਨਹਾਇਆ, ਕਹਿੰਦੇ ਆਹ ਦੇਖੋ ਹੁਣ ਗੁਰਮਤਿ ਆ ਗਈ, ਬਿਲਕੁਲ ਗੁਰੂ ਦੀ ਮੱਤ ਆ ਗਈ। ਆ ਜਿਹੜੇ ਹੈਗੇ ਆਪਾਂ 1430 ਅੰਗ ਹੈਗੇ ਗੁਰੂ ਦੀ ਮੱਤ, ਇਹਦੀ ਗੱਲ ਕਰ ਰਹੇ। ਇਹਦੀ ਗੁਰੂ ਦੀ ਮੱਤ ਦੇ ਦੁਆਰਾ ਕਹਿੰਦੇ ਸਤ ਸਰੋਵਰ ਦੇ ਵਿੱਚ ਸਤ ਸਰੇ ਹਰ ਜਲ ਨਹਾਇਆ, ਉਹ ਨਾਮ ਦੇ ਜਲ ਦੇ ਨਾਲ ਨਹਾ ਲੇਗਾ ਭਾਈ। ਪਰਮੇਸ਼ਰ ਦਾ ਜਿਹੜਾ ਜਲ ਹੈਗਾ ਅੰਮ੍ਰਿਤ ਜਲ ਦੇ ਨਾਲ ਨਹਾ ਲੇਗਾ, ਪੀ ਲੇਗਾ। ਗੁਰਮਤਿ ਸਤ ਸਰੇ, ਅੰਮ੍ਰਿਤ ਸਤ ਸਰੇ ਹਰ ਜਲ ਨਹਾਇਆ, ਦੁਰਮਤ ਮੈਲ ਸਭ ਦੁਰਤ ਗਵਾਇਆ। ਭੈੜੀ ਮੱਤ ਜਿਹੜੀ ਸੀਗੀ, ਮੈਲ ਜਿਹੜੀ ਸੀਗੀ, ਅਵਗਣ ਜਿਹੜੇ ਸੀਗੇ, ਦੁਰਤ ਕਹਿੰਦੇ ਆ, ਪਾਪ ਕੀਤੇ ਹੋਏ ਜਿਹੜੇ ਹੈਗੇ ਕਹਿੰਦੇ ਉਹ ਸਾਰੇ ਗਵਾਚ ਜਾਣਗੇ। ਆਸਾ ਮਹੱਲਾ ਤੀਜਾ। ਮਨਮੁਖ ਮਰੈ ਮਰਨ ਵਿਗਾੜੈ। ਮਨਮੁਖ ਦੇਖੋ ਇੱਥੇ ਮੈਜੋਰਟੀ ਲਿਖਿਆ ਹੋਇਆ ਹੈ, ਕਹਿੰਦੇ ਆ ਸਾਰੇ ਮਨਮੁਖ ਜਿਹੜੇ ਹੈਗੇ ਆ ਉਹ ਲਿਵ ਵਾਲੇ ਰਸਤੇ, ਪਰਮਾਤਮਾ ਵਾਲੇ ਰਸਤੇ, ਭਗਤੀ ਵਾਲੇ ਰਸਤੇ, ਧਿਆਨ ਸਿਮਰਨ ਵਾਲੇ ਰਸਤੇ ਤੇ ਜਿਹੜੇ ਹੈਗੇ ਆ ਉੱਧਰੋਂ ਜਿਹੜੇ ਹੈਗੇ ਆ ਉਹ ਨਹੀਂ ਲੱਗਦੇ, ਮਾਇਆ ਵਾਲੇ ਰਸਤੇ ਤੇ ਹੁੰਦੇ ਆ। ਕਹਿੰਦੇ ਮਨਮੁਖ ਮਰੇ ਮਰਨ ਵਿਗਾੜੇ। ਮਨੁੱਖਾ ਸਰੀਰ ਮਿਲੀ ਸੀਗੀ, ਬਸ ਇਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਹੈਗਾ ਆਏ ਆ, ਜਨਮ ਲਿਆ, ਮਰ ਗਏ, ਤੇ ਮਰ ਕੇ ਕਹਿੰਦੇ ਆ ਕੀ ਕੀਤਾ ਉਹਨਾਂ ਨੇ, ਜਿਹੜਾ ਹੈਗਾ ਇਹਨਾਂ ਚਾਂਸ ਮਿਲਿਆ ਸੀਗਾ ਉਹ ਚਾਂਸ ਨੂੰ ਖਰਾਬ ਕਰ ਲਿਆ, ਆਪਣੇ ਚਾਂਸ ਨੂੰ, ਆਪਣਾ ਪੇਪਰ ਖਰਾਬ ਕਰਤਾ, ਫੇਲ ਹੋ ਗਏ। ਮਨਮੁਖ ਮਰੈ ਕਹਿੰਦੇ ਨਾ ਮੇਰਾ ਤਾਂ ਜੀ ਵਿਗੜ ਗਿਆ, ਪੇਪਰ ਠੀਕ ਨਹੀਂ ਹੋਇਆ। ਮਨਮੁਖ ਮਰੈ ਮਰਨ ਵਿਗਾੜੈ, ਦੂਜੇ ਪਾਏ ਆਤਮ ਸੰਘਾਰੈ। ਕਹਿੰਦੇ ਕਿਉਂ ਇਸ ਤਰ੍ਹਾਂ ਹੋ ਗਿਆ, ਕਹਿੰਦੇ ਦੂਜਾ ਪਿਆਰ ਸੀਗਾ ਮਾਇਆ ਦੇ ਨਾਲ, ਪਦਾਰਥਾਂ ਦੇ ਨਾਲ, ਆਕਾਰ ਦੇ ਨਾਲ, ਸੁਆਦਾਂ ਦੇ ਨਾਲ, ਸਰੀਰ ਦੇ ਨਾਲ। ਆਤਮ ਸੰਘਾਰੇ ਕਹਿੰਦੇ ਆਪਣੀ ਆਤਮ ਹੱਤਿਆ ਉਹਨਾਂ ਨੇ ਖੁਦ ਕੀਤੀ। ਆਤਮ ਸੰਘਾਰਿਆ, ਆਤਮਘਾਤੀ ਕੌਣ ਹੁੰਦਾ ਹੈ? ਜਿਹੜਾ ਆਪ ਜਿਹੜਾ ਹੈਗਾ ਖੁਦ ਜਿਹੜਾ ਹੈਗਾ ਆਪਣੇ ਪੈਰਾਂ ਤੇ ਕੁਹਾੜੀ ਮਾਰਦਾ ਹੈ। ਦੂਸਰੇ ਨੇ ਮਾਰਿਆ ਤਾਂ ਉਹ ਤਾਂ ਮਜਬੂਰੀ ਹੈ, ਉਹਦੇ ਵੱਸ 'ਚ ਨਹੀਂ ਹੈ। ਇਹ ਤਾਂ ਕਹਿੰਦਾ ਆਪ ਚੋਇਸ ਕਰਕੇ ਮਾਰਿਆ ਇਹਨੇ, ਆਤਮ ਸੰਘਾਰ ਕੀਤਾ ਹੈ। ਆਪ ਜਿਹੜਾ ਹੈਗੇ ਨੇ ਮਨ ਦੇ ਪਿੱਛੇ ਲੱਗ ਕੇ ਜਿਹੜਾ ਹੈਗਾ ਆਪਣੇ ਜਿਹੜੇ ਹੈਗੇ ਉਹ ਰਸਤਾ ਜਿਹੜਾ ਹੈਗਾ ਧਿਆਨ ਸਿਮ ਵਾਲਾ ਰਸਤਾ ਨਹੀਂ ਚੂਜ਼ ਕੀਤਾ। ਮਨਮੁਖ ਮਰਨ ਵਿਗਾੜੈ, ਦੂਜੇ ਪਾਏ ਆਤਮ ਸੰਘਾਰੈ। ਸੰਘਾਰ ਕਹਿੰਦੇ ਆ ਹੱਤਿਆ। ਮੇਰਾ ਕਰ ਵਿਗੂਤਾ, ਕਹਿੰਦੇ ਕਿਵੇਂ? ਕਹਿੰਦੇ ਮੇਰਾ ਕਰ ਕਰਕੇ ਖੁਆਰ ਹੋ ਗਿਆ। ਆਤਮ ਨਾ ਚੀਨੈ ਭਰਮਾਂ ਵਿੱਚ ਸੂਤਾ, ਕਹਿੰਦੇ ਆਪਣੀ ਆਤਮਾ ਨੂੰ ਚੀਨਿਆ ਹੀ ਨਹੀਂ ਹੈ, ਜਿਹਦੇ ਵਾਸਤੇ ਜਿਹੜਾ ਹੈਗਾ ਮਨੁੱਖਾ ਜੂਨ ਲੱਭੀ ਸੀਗੀ। ਬਸ ਮਾਇਆ ਦੇ ਵਿੱਚ ਹੀ ਸੁੱਤਾ ਰਹਿ ਗਿਆ। ਇਹ ਭਰਮ ਜਿਹੜਾ ਟਰੈਪ ਜਿਹੜੀ ਪਾਈ ਸੀਗੀ, ਇਹ ਜਿਹੜਾ ਹੈਗਾ ਸੁਪਨਾ ਸੀਗਾ, ਜਿਹੜਾ ਇਹਦੇ ਵਿੱਚ ਹੀ ਜਿਹੜਾ ਹੈਗਾ ਥੋੜ੍ਹਾ ਟਾਈਮ ਦਾ ਸੁਪਨਾ ਸੀਗਾ, ਬਸ ਇੱਕ ਰਾਤ ਦਾ ਜੀਵਨ ਸੀਗਾ, ਇਹਦੇ ਵਿੱਚ ਹੀ ਜਿਹੜਾ ਹੈਗਾ ਸੁੱਤਾ ਰਹਿ ਗਿਆ। ਆਤਮ ਨਾ ਚੀਨੈ ਭਰਮਾਂ ਵਿੱਚ ਸੂਤਾ, ਮਰ ਮੋਇਆ ਸ਼ਬਦੇ ਮਰ ਜਾਏ। ਕਹਿੰਦੇ ਆਹ ਸੀਗੀ ਕੰਮ ਪਾਈ। ਮਰਿਆ ਤਾਂ ਦੂਸਰਾ ਵੀ ਹੈਗਾ ਕਹਿੰਦੇ, ਪਰ ਉਹ ਮਾਇਆ ਵੱਲੋਂ ਮਰ ਗਿਆ। ਉਹ ਮਾਇਆ ਵੱਲੋਂ ਮਰ ਗਿਆ। ਉਹਨੇ ਜਿਹੜਾ ਹੈਗੇ ਪਦਾਰਥਾਂ ਦੇ ਵਿੱਚੇ ਰਿਹਾ, ਮਾਇਆ ਦੇ ਵਿੱਚੇ ਰਿਹਾ, ਮਾਇਆ ਨੂੰ ਯੂਜ਼ ਕੀਤਾ, ਪਦਾਰਥਾਂ ਨੂੰ ਯੂਜ਼ ਕੀਤਾ, ਪਰ ਉਹ ਸ਼ਬਦ ਦੇ ਦੁਆਰਾ ਜਿਹੜਾ ਹੈਗਾ ਸ਼ਬਦੇ ਮਰ ਜਾਏ। ਸ਼ਬਦ ਦੇ ਦੁਆਰਾ ਜਿਹੜਾ ਹੈਗਾ ਇਹ ਮਾਇਆ ਦੀ ਪਦਾਰਥਾਂ ਦੀ ਪਕੜ ਦੇ ਵਿੱਚ ਨਹੀਂ ਆਇਆ, ਇਹਨੂੰ ਆਪਣੀ ਜਗ੍ਹਾ ਤੇ ਰੱਖਿਆ, ਮਾਇਆ ਨੂੰ ਯੂਜ਼ ਕੀਤਾ ਔਰ ਉਹਦੇ ਨਾਲ ਅਟੈਚਮੈਂਟ ਨਹੀਂ ਕੀਤੀ।
ਮਰ ਮਰ ਮੂਇਆ ਸ਼ਬਦੇ ਮਰ ਜਾਏ, ਉਸਤਤ ਨਿੰਦਾ ਗੁਰ ਸਮ ਜਣਾਈ, ਇਸ ਯੁਗ ਮੈਂ ਲਾਹਾ ਹਰ ਜਪ ਲੈ ਜਾਏ ਰਹਾਓ। ਆਹ ਕੰਮ ਕੀਤਾ ਉਹਨੇ। ਗੁਰੂ ਨੇ ਕੀ ਦੱਸਤਾ? ਕਹਿੰਦੇ ਭਾਈ ਕੋਈ ਉਸਤਤ ਕਰੇ, ਕੋਈ ਨਿੰਦਾ ਕਰੇ, ਤੈਨੂੰ ਕੀ ਫਰਕ ਆ? ਤੂੰ ਸਰੀਰ ਹੈ ਹੀ ਨਹੀਂ ਹੈਗਾ। ਇਸ ਯੁਗ ਮੈਂ ਲਾਹਾ ਹਰ ਜਪ ਲੈ ਜਾਏ। ਉਹਨੇ ਬਸ ਆਹ ਗੱਲ ਫੜ ਲਈ ਔਰ ਪਰਮੇਸ਼ਰ ਦਾ ਧਿਆਨ ਸਿਮਰਨ ਕਰਕੇ ਇਸ ਯੁਗ ਦਾ, ਦੇਖੋ ਜਗ ਦਾ ਨਹੀਂ ਯੁਗ ਦਾ, ਇਸ ਯੁਗ ਮੈਂ ਲਾਹਾ ਹਰ ਜਪ ਲੈ ਜਾਏ, ਪਰਮੇਸ਼ਰ ਦੇ ਨਾਮ ਦਾ ਧਿਆਨ ਸਿਮਰਨ ਦਾ ਆ ਧਨ ਲੈ ਕੇ ਚਲਾ ਗਿਆ। ਰਹਾਓ। ਨਾਮ ਵਿਹੂਣ ਗਰਭ ਗਲ ਜਾਏ। ਨਾਮ ਤੋਂ ਸਖਣਾ ਇਨਸਾਨ ਜਿਹੜਾ ਹੈਗਾ, ਕਹਿੰਦੇ ਮਨੁੱਖੀ ਜੂਨ ਪਾਈ ਜਿਹੜੀ ਹੈਗੀ ਉਹ ਨਹੀਂ ਪਾਈ, ਉਹਨੇ ਗਲ ਗਈ ਉਹਦੀ ਮਨੁੱਖੀ ਜੂਨ। ਉਹਦਾ ਗਰਭ ਜਿਹੜਾ ਹੈਗਾ ਮਾਂ ਦੇ ਪੇਟ 'ਚ ਇੰਨਾ ਪੁੱਠਾ ਲਟਕ ਕੇ ਆਇਆ 9 ਮਹੀਨੇ, ਔਰ ਇੰਨਾ ਜਿਹੜਾ ਹੈਗਾ ਇੰਨਾ ਜਿਹੜਾ ਹੈਗਾ ਜੀਵਨ ਮਿਲਿਆ ਸੀ, ਕਹਿੰਦੇ ਉਹਨੂੰ ਗਾਲ ਦਿੱਤਾ। ਨਾਮ ਵਿਹੂਣ, ਨਾਮ ਨਹੀਂ ਪ੍ਰਗਟ ਕੀਤਾ ਉਹਨੇ, ਨਾਮ ਵਾਲੇ ਰਸਤੇ 'ਤੇ ਨਹੀਂ ਕਾਰਵਾਈ ਕੀਤੀ, ਨਹੀਂ ਸਵਾਸ ਲਗਾਏ। ਕਹਿੰਦੇ ਕੀ ਫਾਇਦਾ ਹੋਇਆ ਦੱਸ? ਹੋਰ ਨੈਗੇਟਿਵ ਹੋ ਗਿਆ, ਹੋਰ ਅਵਗੁਣ ਆ ਗਏ। ਨਾਮ ਵਿਹੂਣ ਗਰਭ ਗਲ ਜਾਏ, ਬਿਰਥਾ ਜਨਮ ਦੂਜੇ ਲੋਭਾਏ। ਕਹਿੰਦੇ ਬਿਰਥਾ ਹੋ ਗਈ ਮਨੁੱਖੀ ਜਨਮ ਭਾਈ, ਵੇਸਟ ਹੋ ਗਿਆ। ਲੋਭ ਦੇ ਨਾਲ, ਡੁਆਲਿਟੀ ਦੇ ਵਿੱਚ, ਦੂਸਰਾ ਪਦਾਰਥ ਜਿਹੜੇ ਹੈਗੇ ਜੋ ਚੋਗਾ ਆ ਉਹਦੇ ਲੋਭ ਦੇ ਵਿੱਚ। ਨਾਮ ਵਿਹੂਣੀ ਦੁੱਖ ਜਲੈ ਸਭਾਈ। ਕਹਿੰਦੇ ਭਾਈ ਸਾਰੀ ਜਿਹੜੀ ਹੈਗੀ ਸ੍ਰਿਸ਼ਟੀ ਜਿਹੜੀ ਹੈਗੀ ਇਸ ਤਰ੍ਹਾਂ ਹੀ ਨਾਮ ਤੋਂ ਸਖਣੀ ਜਿਹੜੀ ਹੈਗੀ ਇਸੇ ਅੱਗ ਦੇ ਵਿੱਚ ਸੜ ਰਹੀ ਹੈ, ਦੁੱਖਾਂ ਦੀ ਅੱਗ ਦੇ ਵਿੱਚ। ਸਤਿਗੁਰੇ ਪੂਰੇ ਬੂਝ ਬੁਝਾਈ। ਪੂਰੇ ਸਤਿਗੁਰੂ ਨੇ ਆਹ ਗਿਆਨ ਦੇ ਦਿੱਤਾ, ਬੂਝ ਬੁਝਾ ਦਿੱਤੀ। ਹੁਣ ਆਪਾਂ ਜਿਹੜੇ ਹੈਗੇ ਆਹ ਗਿਆਨ, ਆਹ ਵਿਚਾਰ ਲੈ ਕੇ ਜੇ ਆਪਾਂ ਫੇਰ ਜਿਹੜਾ ਹੈਗੇ ਜਾ ਕੇ ਉਹਦੇ ਵਿੱਚ ਫਸੀਏ ਤੇ ਫਿਰ ਤਾਂ ਉਹਦਾ ਤਾਂ ਕੋਈ ਇਲਾਜ ਹੀ ਨਹੀਂ ਹੈ ਭਾਈ। ਨਾਮ ਵਿਹੂਣ ਗਰਭ ਗਲ ਜਾਏ, ਬਿਰਥਾ ਜਨਮ ਦੂਜੇ ਲੋਭਾਏ। ਨਾਮ ਵਿਹੂਣੀ ਦੁੱਖ ਜਲੇ ਸਬਾਈ, ਸਤਿਗੁਰ ਪੂਰਾ। ਰਾਰੇ ਦੀ ਸਿਆਰੀ ਹੈ, ਸਤਿਗੁਰੂ ਨੇ, ਪੂਰੇ ਸਤਿਗੁਰੂ ਨੇ ਬੂਝ ਬੁਝਾ ਦਿੱਤੀ। ਮਨ ਚੰਚਲ ਬਹੁਤ ਚੋਟਾਂ ਖਾਏ। ਬਸ ਫਿਰ ਮਨ ਫਿਰ ਆ ਜਾਂਦਾ ਪਾਵਰਫੁਲ, ਚੰਚਲ ਮਨ ਜਿਹੜਾ ਹੈਗਾ। ਦੇਖੋ ਇਮੀਡੀਏਟਲੀ ਲੈ ਲਿਆ ਮਹਾਰਾਜ ਨੇ। ਕਹਿੰਦੇ ਆ ਸਾਰਾ ਗਿਆਨ ਦੇ ਬਾਵਜੂਦ ਜਿਹੜਾ ਤੇਰੇ ਮਨ ਨੇ ਤੇਰੇ ਉੱਤੇ ਛਾ ਜਾਣਾ। ਮਨ ਚੰਚਲ ਬਹੁਤ ਚੋਟਾਂ ਖਾਏ, ਬਹੁਤ ਚੋਟਾਂ ਖਾਏਗਾ, ਬਹੁਤ ਚੋਟਾਂ ਖਾਏਗਾ ਪਿਆਰਿਆ। ਇਹ ਜਿਹੜਾ ਹੈਗਾ ਇਹਦੇ ਪਿੱਛੇ ਲੱਗੇਗਾ ਤੇ ਮਨ ਚੰਚਲ ਬਹੁਤ ਚੋਟਾਂ ਖਾਏ, ਇੱਥੋਂ ਛੁੱਟ ਕੇ ਠੌਰ ਨਾ ਪਾਏ। ਬਸ ਆ ਤੈਨੂੰ ਇਨਸਾਨੀ ਜੂਨ ਆਖਰੀ ਸਿਖਰਲਾ ਡੰਡਾ ਹੈਗਾ, ਇਸ 'ਚ ਹੈਗਾ ਚਾਂਸ, ਤੇਰੇ ਕੋਲ ਕੁਛ ਕਮਾਈ ਕਰਨ ਦਾ ਚਾਂਸ ਹੈਗਾ। ਇੱਥੋਂ ਛੁੱਟ ਗਿਆ ਕੋਈ ਟਿਕਾਣਾ ਨਹੀਂ ਹੈ ਫਿਰ। ਬਸ ਆਹੀ ਇੱਕ ਰਸਤਾ, ਆਹੀ ਇੱਕ ਟਾਈਮ ਹੈਗਾ ਨਿਕਲਣ ਦਾ। ਮਨ ਚੰਚਲ ਬਹੁਤ ਚੋਟਾਂ ਖਾਏ, ਇੱਥੋਂ ਛੁੜਕਿਆ ਠੌਰ ਨਾ ਪਾਏ। ਗਰਭ ਜੋਨ ਵਿਸ਼ਟਾ ਕਾ ਵਾਸ। ਲਾ ਗਰਭ ਦੀਆਂ ਜੂਨਾਂ ਦੇ ਵਿੱਚ ਜਾਏਗਾ ਪਿਆਰਿਆ, ਗੰਦਗੀ ਦੇ ਵਿੱਚ ਵਾਸਾ ਰਹੂਗਾ। ਤਿਤ ਕਰੇ ਮਨਮੁਖ ਕਰੇ ਨਿਵਾਸ। ਉਹਨਾਂ ਸਰੀਰਾਂ ਦੇ ਵਿੱਚ ਮਨਮੁਖ ਜਿਹੜਾ ਹੈਗਾ ਨਿਵਾਸ ਕਰੂਗਾ। ਬਿਲਕੁਲ ਮਾਲਕ ਦੀ ਜਿਹੜੀ ਹੈਗੀ ਪੂਰਾ ਦਾ ਪੂਰਾ ਪਰਮਾਤਮਾ ਦਾ ਕਾਨੂੰਨ, ਪਰਮਾਤਮਾ ਦੇ ਨਿਯਮ, ਪਰਮਾਤਮਾ ਦਾ ਜਿਹੜੇ ਰੂਲ ਸਾਰੇ ਦੇ ਸਾਰੇ ਜਿਹੜੇ ਮਹਾਰਾਜ ਦੱਸ ਰਹੇ। ਬਿਲਕੁਲ ਦੇਖੋ ਕਲੀਅਰ ਕੱਟ ਜਿਹੜਾ ਹੈਗਾ। ਮਨ ਚੰਚਲ ਬਹੁਤ ਚੋਟਾਂ ਖਾਏ, ਇੱਥੋਂ ਛੁੜਕਿਆ ਠੌਰ ਨਾ ਪਾਏ। ਗਰਭ ਜੋਨ ਵਿਸ਼ਟਾ ਕਾ ਵਾਸ, ਤਿਤ ਕਰੇ ਮਨਮੁਖ ਕਰੇ ਨਿਵਾਸ। ਆਪਣੇ ਸਤਿਗੁਰ ਕੋ ਸਦਾ ਬਲ ਜਾਏ। ਹੁਣ ਐਸੇ ਗੁਰੂ ਤੋਂ ਜਿਹੜਾ ਗਿਆਨ ਦੇ ਰਿਹਾ ਆ, ਉਸ ਗੁਰੂ ਤੋਂ ਜਿਹੜਾ ਹੈਗਾ ਕਿਉਂ ਨਾ ਜਾਈਏ ਬਲਿਹਾਰ, ਕਿਉਂ ਨਾ ਜਾਈਏ ਬਲਿਹਾਰ ਪਾਏ, ਕਿਉਂ ਨਾ ਉਸ ਗੁਰੂ ਦੇ ਅਨੁਸਾਰ ਚੱਲੀਏ ਆਪਾਂ। ਆਪਣੇ ਸਤਿਗੁਰ ਕੋ ਸਦਾ ਬਲ ਜਾਏ। ਗੁਰਮੁਖੇ ਜੋਤੀ ਜੋਤ ਮਿਲਾਏ। ਗੁਰੂ ਦੇ ਅਨੁਸਾਰ ਚੱਲ ਪਏ ਤੇ ਜੋਤ ਦੇ ਅੰਦਰ ਜੋਤ ਮਿਲ ਜਾਏਗੀ ਪਾਏ। ਖੇਡ ਪੂਰੀ ਹੋ ਜਾਏਗੀ। ਨਿਰਮਲ ਬਾਣੀ ਨਿਜ ਕਰ ਵਾਸਾ। ਨਿਰਮਲ ਬਾਣੀ ਪਾਏ, ਬਾਣੀ ਨੇ ਨਿਰਮਲ ਕਰ ਦੇਣਾ ਹੈ, ਔਰ ਉਹਦੀ ਵੀ ਬਾਣੀ ਨਿਰਮਲ ਹੋ ਜਾਣੀ ਹੈ। ਨਿਜ ਘਰ ਦੇ ਵਿੱਚ ਵਾਸਾ ਹੋ ਜਾਏਗਾ। ਚੌਥੇ ਪਦ ਦੇ ਵਿੱਚ ਮਾਲਕ ਅੰਦਰ ਪ੍ਰਗਟ ਹੋ ਜਾਏਗਾ। ਨਾਨਕ ਹਉਮੈ ਮਾਰੇ ਸਦਾ ਉਦਾਸਾ। ਇਸ ਤਰੀਕੇ ਦੇ ਨਾਲ ਪਾਏ
ਹਉਮੈ ਆਪਣੀ ਮੈਂ ਜਾਂਦੀ ਹੈ ਔਰ ਮਾਇਆ ਦੀ ਪਕੜ ਖਤਮ ਹੁੰਦੀ ਹੈ ਔਰ ਮਾਇਆ ਤੋਂ ਉਦਾਸ ਰਹਿੰਦਾ ਹੈ। ਫਿਰ ਨਿਰਮਲ ਬਾਣੀ ਨਿਜ ਕਰਵਾਸਾ, ਨਾਨਕ ਹਉਮੈ ਮਾਰੇ ਸਦਾ ਉਦਾਸਾ, ਹਮੇਸ਼ਾ ਉਦਾਸ ਰਹਿੰਦਾ ਹੈ। ਮਾਇਆ ਸਾਹਮਣੇ ਹੈ, ਪਦਾਰਥ ਸਾਹਮਣੇ ਹੈ, ਚੋਗਾ ਸਾਹਮਣੇ ਹੈ, ਓਨਾ ਹੀ ਕੀ ਲੈਂਦਾ ਹੈ ਜਿੰਨੀ ਕਿ ਲੋੜ ਹੈਗੀ, ਜਿੰਨੀ ਕਿ ਜਿਹੜੀ ਹੈਗੀ ਜੀਵਨ ਯਾਤਰਾ ਵਾਸਤੇ ਚਾਹੀਦਾ ਹੈ। ਹਾਂਜੀ 6 ਹੋ ਗਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਸਾਰਿਆਂ ਦੇ ਵਿੱਚ ਕੋਈ ਰਾਤ ਦਾ ਫਤਿਹ ਸਾਰਿਆਂ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੀਰੀਅਸ ਰਹੀਏ ਬਸ, ਕਿਉਂਕਿ ਆ ਤਾਂ ਇਸ ਜਗ੍ਹਾ 'ਤੇ ਜਿਹੜਾ ਹੈਗਾ ਜਰਾ ਵੀ ਕਿਸੇ ਪਾਸਿਓਂ ਜਿਹੜੀ ਹੈਗੀ ਆਪਾਂ ਨੂੰ ਢਿੱਲ ਦੀ ਲੋੜ ਨਹੀਂ। ਬਸ ਜੋ ਮਾਲਕ ਨੇ ਦਾਤ ਦਿੱਤੀ ਹੈ ਵਸੇ ਅੰਦਰ, ਔਰ ਉਹਦੇ ਅਨੁਸਾਰ ਜਿਹੜਾ ਚੱਲੀਏ ਆਪਾਂ। ਇਹੀ ਬੇਨਤੀ ਹੈ ਜੀ। ਵੀਰ ਜੀ ਕੁਛ ਨਵੀਂ ਸੰਗਤ ਆਈ ਆ, ਜਰਾ ਗਾਈਡ ਕਰ ਦੇਣਾ ਪਲੀਜ਼। ਹਾਂਜੀ ਹਾਂਜੀ ਹਾਂਜੀ। ਇਹ ਜਿਹੜਾ ਹੈਗਾ ਦੇਖੋ ਆਪਾਂ ਜਿਹੜੇ ਹੈਗੇ ਆ ਜਿਹੜਾ ਹੁਣ ਜਿਹੜਾ ਹੈਗਾ ਇਹ ਆਪਾਂ ਨੇ ਗਿਆਨ ਲਿਆ, ਗੁਰੂ ਦਾ ਗਿਆਨ, ਗੁਰੂ ਦੀ ਮੱਤ ਲਈ। ਇਹ ਗਿਆਨ ਲੈ ਕੇ ਹੁਣ ਜਿਹੜਾ ਹੈਗਾ ਪ੍ਰੈਕਟੀਕਲ ਕਿਵੇਂ ਕਰਨਾ ਹੈ, ਹੁਣ ਪ੍ਰੈਕਟੀਕਲ ਦੀ ਗੱਲ ਆਈ ਹੈ। ਅਤੇ ਪ੍ਰੈਕਟੀਕਲ ਕਰਨ ਦੇ ਵਾਸਤੇ ਆਪਾਂ ਨੂੰ ਜਿਹੜਾ ਹੈਗਾ ਦੇਖੋ, ਆਪਾਂ ਜੇ ਅੱਖਾਂ ਖੋਲ੍ਹਦੇ ਹਾਂ ਤਾਂ ਆਪਾਂ ਸੰਸਾਰ ਦੇ ਨਾਲ ਜਿਹੜਾ ਹੈਗਾ ਆਪਣੀਆਂ ਗਿਆਨ ਇੰਦਰੀਆਂ ਦੇ ਦੁਆਰਾ ਸੰਸਾਰ ਦੇ ਨਾਲ ਕਨੈਕਟ ਹੋ ਜਾਂਦੇ। ਅਤੇ ਅੱਖਾਂ ਬੰਦ ਕਰਦੇ ਹਾਂ, ਜੇ ਸ਼ਾਂਤੀ ਹੈਗੀ, ਕੋਈ ਸ਼ੋਰ ਸ਼ਰਾਬਾ ਨਹੀਂ ਹੈਗਾ, ਅਤੇ ਆਪਾਂ ਜਿਹੜੇ ਹੈਗੇ ਅੰਦਰ ਜਿਹੜੇ ਹੈਗੇ ਆਪਾਂ ਬਾਹਰੋਂ ਕੱਟ ਹੋ ਗਏ, ਅੰਦਰ ਜਿਹੜੇ ਹੈਗੇ ਹੁਣ ਆਤਮਾ, ਆਪਣੀ ਆਤਮਾ ਹੈਗੀ ਅੰਦਰ, ਔਰ ਆਪਣੀ ਸੁਰਤ ਹੈਗੀ ਆ। ਆਪਾਂ ਸੁਰਤ ਹੈਗੇ ਹਾਂ, ਸੁਰਤੀ ਤਾਂ ਜਾਂਦੀ ਹੈ ਬਾਹਰ ਅੱਖਾਂ ਖੋਲ੍ਹਦੇ ਹਾਂ। ਸੁਰਤ ਜਿਹੜੀ ਹੈਗੀ ਟਰੈਵਲ, ਸੁਰਤ ਦੇ ਦੁਆਰਾ ਆਪਾਂ ਟਰੈਵਲ ਕਰ ਜਾਂਦੇ। ਜਿੱਥੇ ਆਪਣੀ ਸੁਰਤ ਗਈ ਉੱਥੇ ਆਪਾਂ ਚਲੇ ਗਏ, ਮਨ ਚਲਾ ਗਿਆ ਆਪਣਾ। ਹੁਣ ਜਿਹੜਾ ਹੈਗਾ ਆਪਣੇ ਅੱਖਾਂ ਬੰਦ ਕੀਤੀਆਂ ਅਤੇ ਹੁਣ ਜਿਹੜਾ ਹੈਗਾ ਆਪਣੀ ਸੁਰਤ ਜਿਹੜੀ ਹੈਗੀ ਉਹਦੇ ਵਿਚਾਲੇ ਅਤੇ ਆਤਮਾ ਦੇ ਵਿਚਾਲੇ ਆਪਣੇ ਵਿਚਾਰ ਪਏ ਹੋਏ ਆ। ਹੁਣ ਵਿਚਾਰ ਆਉਣਗੇ ਆਪਾਂ ਨੂੰ। ਇਹ ਵਿਚਾਰ ਜਿਹੜੇ ਹੈਗੇ ਇਹਨਾਂ ਨੂੰ ਆਪਾਂ ਨੇ ਬੰਦ ਕਰਨਾ ਹੈ। ਇਹ ਵਿਚਾਰਾਂ ਨੂੰ ਜਿਹੜੇ ਵਿਚਾਰ ਆਉਂਦੇ ਆ, ਇਹ ਆਪਣੇ ਕੋਲ ਜਿਹੜਾ ਹੈਗਾ ਇੱਕ ਆਪਣਾ ਜਿਹੜਾ ਅਵਚੇਤਨ ਮਾਈਂਡ ਹੈ, ਇੱਕ ਜਿਹੜਾ ਚੇਤਨ ਮਾਈਂਡ ਹੈ। ਚੇਤਨ ਮਾਈਂਡ ਨੂੰ ਕਹਿੰਦੇ ਆ ਡਿਸਪਲੇ। ਇਹਦੇ ਉੱਤੇ ਜਿਹੜੇ ਹੈਗੇ ਵਿਚਾਰ ਆਉਂਦੇ ਆਪਣੇ। ਸਕਰੀਨ, ਜਿਵੇਂ ਫੋਨ ਦਾ ਸਕਰੀਨ ਹੋਇਆ, ਮੋਬਾਈਲ ਆਪਣੇ ਲੈਪਟਾਪ ਦਾ ਸਕਰੀਨ ਹੋਇਆ, ਸਕਰੀਨ 'ਤੇ ਜਿਸ ਤਰ੍ਹਾਂ ਜਿਵੇਂ ਪਿਕਚਰ ਆਉਂਦੀ ਆ, ਉਸ ਤਰ੍ਹਾਂ ਜਿਹੜੇ ਹੈਗੇ ਵਿਚਾਰ ਆਉਂਦੇ ਆ। ਔਰ ਮਾਲਕ ਨੇ ਐਸਾ ਜਿਹੜਾ ਹੈਗਾ ਮਿਹਰ ਕੀਤੀ ਹੋਈ ਆ, ਕਹਿੰਦਾ ਦੋ ਵਿਚਾਰ ਤੇਰੇ ਇਕੱਠੇ ਨਹੀਂ ਆਉਣਗੇ ਸਕਰੀਨ ਦੇ ਉੱਤੇ। ਇੱਕ ਆਊਗਾ ਭਾਈ, ਇੱਕ ਆਊਗਾ, ਜਦੋਂ ਚਲਾ ਗਿਆ ਅਤੇ ਫਿਰ ਦੂਸਰਾ ਆਊਗਾ। ਇਸ ਤਰ੍ਹਾਂ ਵਿਚਾਰ ਆਉਣੇ, ਇਸ ਤਰ੍ਹਾਂ ਇਹ ਵਿਚਾਰ ਦੇਣੇ ਆ, ਇਹ ਕਾਲ ਨੇ ਦੇਣੇ ਆ। ਕਾਲ ਜਿਹੜਾ ਹੈਗਾ ਜਿਹੜੀ ਪ੍ਰਕਿਰਤੀ ਨੂੰ ਕਾਲ ਕਹਿ ਲਓ ਜੀ, ਜੋ ਪ੍ਰਕਿਰਤੀ ਜੋ ਦਿਸ ਰਹੀ ਹੈ ਉਹਦੇ ਕੰਟਰੋਲ ਦੇ ਵਿੱਚ ਹੈਗਾ। ਔਰ ਕਿਹੜਾ ਵਿਚਾਰ ਕਦੋਂ ਦੇਣਾ ਹੈ ਆਪਾਂ ਨੂੰ ਕੋਈ ਪਤਾ ਨਹੀਂ ਹੈ ਵੀ ਕਿਹੋ ਜਿਹਾ ਵਿਚਾਰ ਆਊਗਾ ਆਪਣੇ ਪਟਲ ਦੇ ਉੱਤੇ, ਉਹਦੇ 'ਚ ਆਪਣਾ ਕੋਈ ਰੋਲ ਨਹੀਂ ਹੈਗਾ। ਹੁਣ ਜਿਹੜਾ ਹੈਗਾ ਕਰਨਾ ਕੀ ਆਪਾਂ ਨੇ ਜਿਹੜਾ ਹੈਗਾ ਆਪਣੀ ਸੁਰਤ ਹੈਗੀ ਆ, ਆਪਣੀ ਸੁਰਤ ਜੇ ਉਹ ਵਿਚਾਰ ਆਇਆ, ਉਸ ਦੇ ਨਾਲ ਆਪਣੀ ਸੁਰਤ ਜੇ ਆਪਾਂ ਨੇ ਬੰਨ੍ਹ ਲਈ, ਅਤੇ ਆਪਾਂ ਜਿਹੜੇ ਹੈਗੇ ਉਹ ਫਿਰ ਜਿਹੜੇ ਹੈਗੇ ਉਹ ਵਿਚਾਰ ਦੇ ਨਾਲ ਪਤਾ ਨਹੀਂ ਕਿੰਨੀ ਕੁ ਦੇਰ ਤੱਕ, ਜਿੰਨੀ ਦੇਰ ਤੱਕ ਆਪਾਂ ਉਹਨਾਂ ਅਟੈਚ ਜਾਂ ਡੋਰੀ ਆਪਣੀ ਬੰਨੀ ਹੋਈ ਹੈ ਸੁਰਤ ਦੀ, ਓਨੀ ਦੇਰ ਤੱਕ ਆਪਾਂ ਜਿਹੜੇ ਹੈਗੇ ਵਿਚਾਰ ਦੇ ਨਾਲ ਗੁੰਮ ਹੋ ਜਾਵਾਂਗੇ। ਅਤੇ ਹੋਰ ਵਿਚਾਰ ਜਿਹੜੇ ਹੈਗੇ ਕੋਈ ਆਉਣਗੇ ਨਹੀਂ, ਕਿਉਂਕਿ ਆਪਾਂ ਉਸ ਦੇ ਨਾਲ ਜਿਹੜਾ ਸਕਰੀਨ ਦੇ ਉੱਤੇ ਉਸ ਵਿਚਾਰ ਦੇ ਨਾਲ ਜੁੜ ਗਏ ਹਾਂ। ਅਤੇ ਹੁਣ ਆਪਾਂ ਨੇ ਜਿਹੜਾ ਹੈਗਾ ਜਦ ਇਹ ਵਿਚਾਰ ਆਉਂਦੇ, ਜਿਵੇਂ ਕਟੀ ਪਤੰਗ ਆਉਂਦੀ ਆ, ਡਿਸਪਲੇ 'ਤੇ ਆਏਗੀ। ਜੇ ਆਪਾਂ ਦੇਖ ਲਿਆ, ਉਹਨੂੰ ਦੇਖ ਕੇ ਉਹਨੂੰ ਕੋਈ ਕਾਰਵਾਈ ਨਹੀਂ ਕੀਤੀ, ਨਹੀਂ ਆਪਣੀ ਸੁਰਤ ਜੋੜੀ ਉਹਨੇ ਪਤੰਗ ਨੇ ਜਿਵੇਂ ਆਈ ਹੈ ਉਵੇਂ ਦੇ ਉਵੇਂ ਆਕਾਸ਼ ਦੇ ਪਟਲ ਤੋਂ
ਇਹ ਚਿੱਤ ਚੋਂ ਜਿਹੜਾ ਹੈਗਾ ਨਿਕਲ ਜਾਣਾ ਉਹ ਪਤੰਗ ਨੇ। ਇਸ ਤਰੀਕੇ ਦੇ ਨਾਲ ਇਹ ਜਿਹੜਾ ਟ੍ਰੇਨ ਜਿਵੇਂ ਆਉਂਦੀ ਹੈ, ਡੱਬੇ ਹੁੰਦੇ ਆ ਟ੍ਰੇਨ ਦੇ, ਇੱਕ ਡੱਬਾ ਹੈ, ਉਹਦੇ ਬਾਅਦ ਖਾਲੀ ਜਗ੍ਹਾ ਹੈਗੀ, ਫਿਰ ਦੂਸਰਾ ਡੱਬਾ ਹੈ, ਇਸ ਤਰ੍ਹਾਂ ਵਿਚਾਰ ਆਉਂਦੇ ਆ। ਇਹ ਧਿਆਨ ਸਿਮਰਨ ਨੇ ਕੀ ਕਰਨਾ ਹੈ ਕਿ ਉਹ ਜਿਹੜਾ ਹੈਗਾ ਕਰਦੇ ਕਰਦੇ ਇਹ ਜਿਹੜਾ ਖਾਲੀ ਜਗ੍ਹਾ ਵਧਣ ਲੱਗ ਜਾਣੀ ਹੈ। ਜਿੱਥੇ ਵੀ ਇੱਕ ਵਿਚਾਰ ਆਇਆ ਉਸ ਤੋਂ ਬਾਅਦ ਖਾਲੀ ਜਗ੍ਹਾ ਹੈ, ਕੋਈ ਵਿਚਾਰ ਨਹੀਂ ਹੈ, ਉਹ ਜਗ੍ਹਾ ਵਧਣੀ ਹੈ, ਉਹਨੂੰ ਕਹਿੰਦੇ ਸੁੰਨ। ਪਰਮਾਤਮਾ ਦਾ ਵਾਸਾ ਸੁੰਨ ਦੇ ਵਿੱਚ ਹੈ। ਸੁੰਨ ਦੇ ਨਾਲ ਆਪਾਂ ਨੂੰ ਪਰਮਾਤਮਾ ਨੇ ਮਿਲਣਾ। ਕਹਿੰਦਾ ਆਪਣੇ ਅੰਦਰ ਸੁੰਨ ਪੈਦਾ ਕਰ, ਵਿਚਾਰ ਬੰਦ ਕਰ, ਅਤੇ ਆਪ ਮਾਲਕ ਦੇ ਨੇੜੇ ਹੋ ਜਾਵਾਂਗੇ, ਆਤਮਾ ਦੇ ਨੇੜੇ ਹੋ ਜਾਵਾਂਗੇ ਆਪਾਂ। ਔਰ ਇਹ ਡੱਬੇ ਜਿਹੜੇ ਹੈਗੇ ਆ, ਇਸ ਤਰ੍ਹਾਂ ਕੀ ਹੁੰਦਾ ਫਿਰ ਵਿੱਚੋਂ ਜਿਹੜੇ ਹੈਗੇ ਡੱਬੇ ਘਟਣੇ ਸ਼ੁਰੂ ਹੋ ਜਾਂਦੇ ਆ। ਡੱਬੇ ਜਿਹੜੇ ਹੈਗੇ ਘਟਣੇ ਸ਼ੁਰੂ ਹੋ ਜਾਂਦੇ ਆ। ਫਿਰ ਜਿਹੜਾ ਹੈਗਾ ਫਿਰ ਉਹ ਟ੍ਰੇਨ ਖਤਮ ਹੀ ਹੋ ਜਾਂਦੀ ਹੈ, ਵਿਚਾਰ ਬੰਦ ਹੀ ਹੋ ਜਾਂਦੀ। ਸੁੰਨ ਦੇ ਵਿੱਚ ਜਿਹੜਾ ਹੈਗਾ ਵਿਚਾਰ ਮੰਡਲ ਤੋਂ ਜਿਹੜਾ ਸੁੰਨ ਮੰਡਲ ਦੇ ਵਿੱਚ ਸੁਰਤ ਚਲੇ ਜਾਂਦੀ ਹੈ, ਆਤਮਾ ਦੇ ਵਿੱਚ। ਆਹ ਯਾਤਰਾ ਹੈਗੀ ਭਾਈ। ਔਰ ਇਹਦੇ ਵਾਸਤੇ ਜਿਹੜਾ ਹੈਗਾ ਇੱਕ ਅੱਖਰ ਜਿਹੜਾ ਕੋਈ ਵੀ ਜਿਹੜੇ ਵੀ ਧਰਮ ਦੇ ਨਾਲ ਆਪਾਂ ਜੁੜੇ ਹਾਂ, ਬਿਲੋਂਗ ਕਰਦੇ ਹਾਂ, ਵਾਹਿਗੁਰੂ, ਹਰੀ ਓਮ, ਅੱਲਾਹੁ, ਯਹੋਵਾ, ਜਿਹੜਾ ਮਰਜ਼ੀ ਉਹ ਅੱਖਰ ਲਓ, ਉਹਨੂੰ ਅੱਖਰ ਨੂੰ ਜਿਹੜਾ ਪਿਆਰ ਦੇ ਨਾਲ ਪੁਕਾਰਨਾ ਹੈਗਾ। ਔਰ ਬਸ ਉਹਨੂੰ ਜੋ ਸੁਰਤ ਸ਼ਬਦ ਦੀ ਖੇੜੇ ਆਪਣੀ ਸੁਰਤ ਸ਼ਬਦ ਦੇ ਵਿੱਚ ਜੋੜ ਲੈਣੀ ਹੈ, ਜੋ ਸੁਣਦਾ ਹੈ ਆਪਾਂ ਨੂੰ, ਜੋ ਧੁਨ ਉੱਠ ਰਹੀ ਆ। ਇਸ ਤਰੀਕੇ ਦੇ ਨਾਲ ਜਦ ਆਪਣਾ ਸ਼ੋਰ, ਜਦ ਆਪਾਂ ਜਿਹੜੇ ਹੈਗੇ ਕਨਵਰਜ ਹੋ ਗਏ, ਵਿਚਾਰ ਘਟ ਗਏ, ਅਤੇ ਅੰਦਰ ਆਟੋਮੈਟੀਕਲੀ ਜਿਹੜਾ ਸ਼ਬਦ ਹੈਗਾ ਮਾਲਕ ਪਰਮਾਤਮਾ ਦੇ ਦਰ ਤੋਂ ਚੱਲ ਰਿਹਾ, ਉਹਨੇ ਪ੍ਰਗਟ ਹੋ ਜਾਣਾ, ਉਹ ਸੁਣਨ ਲੱਗ ਜਾਣਾ। ਬਸ ਉਸ ਦੇ ਨਾਲ ਫਿਰ ਜੁੜ ਜਾਣਾ ਹੈ। ਅੱਗੇ ਫਿਰ ਕਾਰਵਾਈ ਜਿਹੜੀ ਹੈਗੀ ਉਹ ਨਾਦ ਜਿਹੜੀ ਹੈ, ਪ੍ਰਕਾਸ਼ ਜੋ ਵੀ ਹੈ, ਉਸ ਤਰੀਕੇ ਦੇ ਨਾਲ ਆਪਣਾ ਯਾਤਰਾ ਸ਼ੁਰੂ ਹੋ ਜਾਣੀ। ਵਾਹਿਗੁਰੂ
ਇਸ ਤਰ੍ਹਾਂ ਸੁਣਨ ਦੇ ਵਿੱਚ ਬੈਠਣਾ ਆ, ਬਸ ਵਿਚਾਰ ਨਹੀਂ ਆਉਣ ਦੇਣੇ, ਬਸ ਵਿਚਾਰ ਛੱਡਣੇ, ਆਹੀ ਭਗਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ